इंद्रपाल सिंह बग्गा भाजपा का आगू है जो दिल्ली दे विच है, उसने कोई बयान अरविंद केजरीवाल के घर के मोहरे जिहड़ा सी दे दिता, जिस विच कथित तौर पर अरविंद केजरीवाल ये कहंदे ने कि उसनूं जानों मारन की धमकी दी गई। पूरी डिटेल नहीं आई ते उन्हां ते किडनैपिंग का अगवा का दोष लगा है। बड़ी अजीबो गरीब गल है। एक देश पुलिस इक्को ही है, भावें कि उन्हां दे वक्री वक्री वर्दी है, पर संविधान ते इक्को नूं मनदे ने। ये केस अगवा का किवें होया? कि पंजाब पुलिस दूसरे राज में जाके कार्रवाई नहीं कर सकती? एक जिले की पुलिस दूसरे जिले दे विच जाके मुलजमां नूं गिरफ्तार नहीं सी कर सकती। ते अज फिर इहो हालात पैदा होणगे। कोई जे जिस दे मगर अज पुलिस किसी एक राज की लगी हुई है, जदों बॉर्डर लंघ जावे तो फिर वो सेफ हो जाएगा। कैप्टन अमरिंदर सिंह जिहड़े ने वो मुख मंत्री के अहुदे तो लह जांदे ने ते इह उन्हां दे वफादारां दे विच हुंदे होए उन्हां दे नाल रहे ने। फिर शक्ति प्रदर्शन जिथे कैप्टन कहंदे सी कि मेरे नाल कांग्रेस के इन्ने बंदे होणगे ते राणा गुरमीत सिंह सोढी उन्हां चों सब तो मोहरे हुंदे सी। बहुत लोग इलैक्शनां दे रिजल्ट आउण तो पहिलां कहंदे सी कि देख लिओ बीजेपी वालियां ने किसी न किसी तरीके सरकार बना लैणी है। आम आदमी पार्टी दे अद्धे MLA झट विक जाने ने ते इह हुण ते 92 ने ये विकण वास्ते ते मेरा ख्याल है मेजोरिटी ਲਈ 58-59 ਦੀ ਲੋੜ है। ये ते वाधू ने 12 विधायक उन्हां दे संपर्क विच होण के की करनगे। राणा सोढी जी नूं अपना बयान जिहड़ा है उन्हां नूं स्पष्ट करना चाहिए है। नवजोत सिंह सिद्धू अनप्रडिक्टेबल बहुत ने, पर अजकल वो मुद्दिਆਂ ਦੀ ਗੱਲ ना करके अपने ही दा पेचां ਦੇ ਵਿੱਚ ਉਲਝੇ ਹੋਏ ਨੇ। प्रशांत किशोर ਦੀ ਸਿਫਤ ਤਾਂ प्रशांत किशोर ਨੂੰ ਸ਼ਾਬਾਸ਼ ਜਾਂ ਵਧਾਈ ਦੇਣੀ ਉਹਨਾਂ ਨੂੰ ਅਜੇ ਬਹੁਤੀ ਮਹਿੰਗੀ ਪੈਣ ਵਾਲੀ ਜਾਪਦੀ ਨਹੀਂ ਹੈ ਕਿ प्रशांत किशोर ਭਾਵੇਂ ਉਹ ਕਾਂਗਰਸ ਨੂੰ ਜੁਆਇਨ ਨਹੀਂ ਕੀਤਾ, ਪਰ ਜਿਹੜਾ ਇੱਕ ਓਵਰਆਲ ਖੇਮਾ ਹੁੰਦਾ ਹੈ, ਇੱਕ ਏਰੀਆ ਹੁੰਦਾ, ਉਸ ਵਿੱਚੋਂ ਦਾਇਰੇ ਚੋਂ ਨਿਕਲ ਕੇ ਵੀ ਬਾਹਰ ਨਹੀਂ ਹੋ ਗਏ ਕਾਂਗਰਸ ਵਾਲੇ ਚੋਂ। ਨਵਜੋਤ ਸਿੰਘ ਸਿੱਧੂ ਦਾ ਰਸਤਾ ਅਜੇ ਕਲੀਅਰ ਨਹੀਂ। ਨਵਜੋਤ ਸਿੰਘ ਸਿੱਧੂ ਤੇ ਜੇ ਅਨੁਸ਼ਾਸਨੀ ਕਾਰਵਾਈ ਹੋ ਜਾਂਦੀ ਹੈ ਤੇ ਫਿਰ ਉਹ ਬਹੁਤ ਖੁੱਲ ਕੇ ਬੋਲਣਗੇ, ਇਸ ਵਿੱਚ ਸ਼ੱਕ ਕੋਈ ਨਹੀਂ ਹੈ। 50 ਕਿਲੋ ਨਿੰਬੂ ਜਿਹੜੇ ਨੇ 10,000 ਦੇ ਖਰੀਦੇ ਗਏ 200 ਰੁਪਏ ਕਿਲੋ ਦੇ ਹਿਸਾਬ ਨਾਲ, ਪਰ ਕਿਸੇ ਤੱਕ ਕੋਈ ਨਿੰਬੂ ਪਹੁੰਚਾ ਨਹੀਂ। ਇਹ ਆਪਣੇ ਆਪ ਦੇ ਵਿੱਚ ਬੜੀ ਹਾਸੋਹੀਣੀ ਜੀ ਗੱਲ ਹੈ ਕਿ ਇਸ ਤਰ੍ਹਾਂ ਦੇ ਘਪਲੇ ਵੀ ਛੋਟੇ ਛੋਟੇ ਹੋ ਜਾਂਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਆਦੇਸ਼ ਜਾਰੀ ਹੋਇਆ ਸੀ ਕਿ ਜਲਦ ਤੋਂ ਜਲਦ ਆਪਣਾ ਚੈਨਲ ਸ਼ੁਰੂ ਕੀਤਾ ਜਾਵੇ, ਉਸ ਆਦੇਸ਼ ਤੇ ਅਜੇ ਫੁੱਲ ਚੜ੍ਹਦੇ ਨਜ਼ਰ ਨਹੀਂ ਆ ਰਹੇ। ਪਦਮ ਸ੍ਰੀ ਭਾਈ ਨਿਰਮਲ ਸਿੰਘ ਤੇ ਉਹ ਇੱਕ ਜਗ੍ਹਾ ਕਹਿੰਦੇ ਨੇ ਕਿ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਸਿਫਾਰਸ਼ੀ ਜਥੇ ਜਿਹੜੇ ਨੇ ਸ਼੍ਰੋਮਣੀ ਕਮੇਟੀ ਕੀਰਤਨ ਕਰਨ ਵਾਲੇ ਰੱਖਦੀ ਹੈ। ਹੁਣ ਇਹ ਵੀ ਗੱਲ ਦੱਸੀ ਜਾਂਦੀ ਹੈ ਕਿ ਅਸਲ ਵਿੱਚ ਕੀਰਤਨ ਕਰਨ ਵਾਸਤੇ 13 ਤੋਂ 15 ਜਥਿਆਂ ਦੀ ਲੋੜ ਹੁੰਦੀ ਹੈ, ਜਦਕਿ 100 ਤੋਂ ਉੱਪਰ ਹਜ਼ੂਰੀ ਰਾਗੀ ਨੇ। ਇਸ ਵੇਲੇ ਰਾਗਾਂ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਪਛੜ ਗਏ ਹਾਂ ਅਸੀਂ, ਤੇ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਉਪਰਾਲਾ ਕਰਨਾ ਪਏਗਾ ਤੰਤੀ ਸਾਜ਼ਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਤੇ ਰਾਗਾਂ ਵਿੱਚ ਕੀਰਤਨ ਨੂੰ ਅੱਗੇ ਲਿਆਉਣ ਵਾਸਤੇ। ਅਸੀਂ ਆ ਸੰਸਥਾਵਾਂ ਜਾਂ ਆ ਇੰਸਟੀਚਿਊਟ ਬਣਾ ਲਏ ਨੇ, ਭਾਈ ਇੱਥੋਂ ਸਿਖਲਾਈ ਪ੍ਰਾਪਤ ਜਾਂ ਸਰਟੀਫਿਕੇਟ ਪ੍ਰਾਪਤ ਜਿਹੜਾ ਵਿਅਕਤੀ ਹੋਵੇਗਾ ਉਹਨੂੰ ਅਸੀਂ ਮਾਨਤਾ ਦੇਵਾਂਗੇ। ਛੋਟੇ ਭਾਅ ਢੋਣ ਵਾਲੇ ਉਹ ਕਾਨੂੰਨ ਦੇ ਵਿੱਚ ਰਹਿ ਕੇ ਚੱਲਣ ਵਾਲੇ ਲੋਕ ਜਿਹੜੇ ਨੇ ਥਾਂ ਥਾਂ ਮੁਜ਼ਾਹਰੇ ਪੰਜਾਬ 'ਚ ਕਰ ਰਹੇ ਨੇ ਕਿ ਜਗਾੜੂ ਰੇੜੀਆਂ ਬੰਦ ਕਰੋ। ਭਾਈ ਸਾਡਾ ਰੁਜ਼ਗਾਰ ਅਸੀਂ ਟੈਕਸ ਦੇਣ ਵਾਲੇ ਤੇ ਇਹ ਟੈਕਸ ਚੋਰੀ ਕਰਕੇ ਬਾਈਪਾਸ ਤਰੀਕਿਆਂ ਨਾਲ ਜਗਾੜੂ ਰੇੜੀਆਂ ਚਲਾਉਣ ਵਾਲੇ ਸੁਰੱਖਿਆ ਨੂੰ ਵੀ ਖਤਰੇ 'ਚ ਪਾ ਰਹੇ ਨੇ ਤੇ ਨਾਲ ਸਰਕਾਰ ਨੂੰ ਚੂਨਾ ਵੀ ਲੱਗ ਰਿਹਾ ਤੇ ਸਾਡਾ ਵੀ ਨੁਕਸਾਨ ਹੋ ਰਿਹਾ। सत श्री अकाल। पंजाबी नैशनल टीवी देखने वाले दर्शकों का स्वागत। प्रोग्राम है जी विचार चर्चा ते इस प्रोग्राम च मेरा साथ देंगे कुलदीप सिंह हीर जी। सत श्री अकाल कुलदीप जी। ਸਤਿ ਸ਼੍ਰੀ ਅਕਾਲ ਸੁਲੀਨ। कुलदीप जी ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲ ਕਰਾਂਗੇ ਤੇਜਿੰਦਰਪਾਲ ਸਿੰਘ ਬੱਗਾ ਦੀ, ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਕਰਾਂਗੇ, ਸ਼੍ਰੋਮਣੀ ਕਮੇਟੀ ਦੀ ਵੀ ਗੱਲ ਕਰਾਂਗੇ ਤੇ ਰਾਣਾ ਸੋਢੀ ਦੀ ਵੀ ਗੱਲ ਕਰਾਂਗੇ। ਤੇ ਸ਼ੁਰੂਆਤ ਕਰਦੇ ਹਾਂ ਤੇਜਿੰਦਰਪਾਲ ਸਿੰਘ ਬੱਗਾ ਤੋਂ। ਜੀ ਜੀ, ਜਿਹਦਾ ਨਾਂ ਨਹੀਂ ਸੀ ਬਹੁਤਿਆਂ ਨੂੰ ਪਤਾ, ਅੱਜ ਬੱਗਾ ਬੱਗਾ ਹੋਈ ਪਈ ਹੈ। ਚਾਰੇ ਪਾਸੇ ਤੇਜਿੰਦਰਪਾਲ ਸਿੰਘ ਬੱਗਾ ਦਾ ਨਾਮ ਜਿਹੜਾ ਉਹ ਟ੍ਰੈਂਡ ਕਰ ਰਿਹਾ ਤੇ 3 ਰਾਜਾਂ ਦੀਆਂ ਸਰਕਾਰਾਂ ਦੇ ਸਿੰਘ ਫਸੇ ਹੋਏ ਬੱਗੇ ਪਿੱਛੇ। 3 ਰਾਜਾਂ ਦੀਆਂ ਸਰਕਾਰਾਂ ਨੇ ਨਹੀਂ, 3 ਰਾਜਾਂ ਦੀਆਂ ਪੁਲਿਸ ਫੋਰਸਿਸ ਦੇ ਸਿੰਘ ਫਸੇ ਹੋਏ ਨੇ ਜੀ। ਕਿ ਦਿੱਲੀ ਵਿੱਚ ਤੇ ਸਮੱਸਿਆ ਕੋਈ ਨਹੀਂ, ਦਿੱਲੀ ਵਿੱਚ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਉਹਨਾਂ ਦੇ ਪੰਜਾਬ ਨਾਲ ਸਿੰਕੀ ਫਸਣੇ ਨੇ। ਪਰ ਦਿੱਲੀ ਪੁਲਿਸ ਜਿਹੜੀ ਹੈ ਉਹ ਦਿੱਲੀ ਸਰਕਾਰ ਦੇ ਅਧਿਕਾਰ ਖੇਤਰ 'ਚ ਨਹੀਂ ਹੈ। ਹੁਣ ਇਸ ਗੱਲ ਨੂੰ ਅਸੀਂ ਦੋਨੇ ਤਰੀਕੇ ਨਾਲ ਸਮਝੀਏ। ਇਹ ਗੱਲ ਜਿਹੜੀ ਹੈ ਅਰਵਿੰਦ ਕੇਜਰੀਵਾਲ ਦੇ ਮੰਨੋ ਨਾ ਮੰਨੋ ਹੱਕ ਵਿੱਚ ਵੀ ਭੁਗਤੀ ਹੈ।
ਕਿ ਹਾਫ ਸਟੇਟ ਹੈ ਦਿੱਲੀ, ਤੇ ਉਹ ਜਦੋਂ ਕੋਈ ਅਣਸੁਖਾਵੀ ਘਟਨਾ ਹੁੰਦੀ ਸੀ ਜਾਂ ਕੋਈ ਗੱਲ ਹੁੰਦੀ ਸੀ ਤੇ ਉਹ ਸਹਿਜੇ ਕਹਿ ਦਿੰਦੇ ਸੀ ਕਿ ਦਿੱਲੀ ਪੁਲਿਸ ਮੇਰੇ ਅਧਿਕਾਰ ਖੇਤਰ 'ਚ ਨਹੀਂ ਆਉਂਦੀ, ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ, ਚਾਹੇ ਉਹ ਜਿਸ ਤਰ੍ਹਾਂ ਦੀਆਂ ਵੀ ਘਟਨਾਵਾਂ ਉੱਥੇ ਪਿਛਲੇ ਦਿਨਾਂ 'ਚ ਜਾਂ ਪਿਛਲੇ ਸਾਲਾਂ 'ਚ ਹੋਈਆਂ ਹੋਣ, ਤੇ ਇਹਦੇ ਲਈ ਭਾਈ ਉਹ ਦਿੱਲੀ ਪੁਲਿਸ ਜ਼ਿੰਮੇਵਾਰ ਆ, ਤੁਸੀਂ ਉਹਨਾਂ ਨੂੰ ਪੁੱਛੋ। ਪਰ ਦੂਸਰੇ ਪਾਸੇ ਉਹਨਾਂ ਦੇ ਮਨ ਦੇ ਵਿੱਚ ਅੰਦਰ ਰਹਿੰਦਾ ਰਿਹਾ ਇਹ ਗੱਲ ਕਿ ਸਾਨੂੰ ਜਿਸ ਤਰ੍ਹਾਂ ਦਿੱਲੀ ਪੁਲਿਸ ਨੇ ਹੁਣ ਤੱਕ ਨੱਕ ਰਾਹੀਂ ਪਾਣੀ ਪਿਆਇਆ, ਤੇ ਸਾਡੇ ਕੋਲ ਪਹਿਲੀ ਵਾਰੀ ਪੰਜਾਬ ਦੇ ਵਿੱਚ ਪੁਲਿਸ ਦਾ ਪ੍ਰਸ਼ਾਸਨ ਜਿਹੜਾ ਸਾਡੇ ਹੱਥ ਵਿੱਚ ਆਇਆ, ਤੇ ਕਿਉਂ ਨਾ ਇਸ ਨਾਲ ਪੰਜਾਬ ਵਿੱਚ ਤੇ ਲਾਈਨਾਂ ਸਿੱਧੀਆਂ ਖਿੱਚੀਆਂ ਜਾਣ ਤੇ ਦੂਸਰੇ ਸੂਬਿਆਂ ਵਿੱਚ ਜਾ ਕੇ ਕਿਉਂ ਨਾ ਕਾਰਵਾਈ ਕੀਤੀ ਜਾਵੇ। ਹੁਣ ਗੱਲ ਇਹ ਹੈ ਕਿ ਇੱਕ ਦੇਸ਼ ਹੈ, ਇੱਕ ਸੰਵਿਧਾਨ ਹੈ, ਪੁਲਿਸ ਭਾਵੇਂ ਵੱਖਰੇ ਰਾਜਾਂ ਦੀ ਹੋਵੇ ਪਰ ਕਾਨੂੰਨ ਤਾਂ ਇੱਕੋ ਹੀ ਹੈ ਨਾ, ਧਾਰਾ ਤੇ ਇੱਕੋ ਹੀ ਲੱਗਦੀ ਹੈ, ਅਦਾਲਤਾਂ ਵੀ ਉਹੀ ਨੇ, ਜ਼ਿਲ੍ਹਾ ਅਦਾਲਤਾਂ ਤੋਂ ਲੈ ਕੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਸਭ ਕਾਨੂੰਨ ਤੇ ਇੱਕ ਹੈ ਨਾ। ਕਾਨੂੰਨ ਕਿਸੇ ਲਈ ਉੱਥੇ ਵੱਖਰਾ ਨਹੀਂ ਹੁੰਦਾ, ਦਿੱਲੀ ਵਿੱਚ ਜਾ ਕੇ ਜਾਂ ਹਰਿਆਣੇ ਵਿੱਚ ਵੱਖਰਾ ਨਹੀਂ ਹੈ, ਪੰਜਾਬ ਵਿੱਚ ਸੇਮ ਹੈ। ਪਰ ਗੱਲ ਇਹ ਹੈ ਕਿ ਪੁਲਿਸ ਦੇ ਕੰਮ ਕਰਨ ਦੇ ਤਰੀਕੇ ਇੰਨੇ ਜ਼ਿਆਦਾ ਵੱਖ-ਵੱਖ ਨੇ, ਪਿਛਲੇ ਸਾਲਾਂ ਦੇ ਵਿੱਚ ਇਸ ਤਰ੍ਹਾਂ ਦਾ ਭੈੜਾ ਸਿਸਟਮ ਬਣਾ ਦਿੱਤਾ ਗਿਆ ਕਿ ਜਿਸ ਸਟੇਟ ਦੇ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਹੋਵੇ ਫਿਰ ਉਸੇ ਦੀ ਚੱਲਦੀ ਹੈ, ਜੋ ਮਰਜ਼ੀ ਹੋ ਜਾਏ, ਫਿਰ ਉਹਨਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ। ਹੁਣ ਇਸ ਦੀ ਇੱਕ ਉਦਾਹਰਨ ਜਿਹੜੀ ਹੈ, ਪਿੱਛੇ ਜਿਹਾ ਵੀ ਤੁਹਾਨੂੰ ਪਤਾ ਹੋਵੇਗਾ ਕਿ ਯੂਪੀ ਦੇ ਵਿੱਚ ਵਿਕਾਸ ਦੁਬੇ ਨਾਂ ਦਾ ਇੱਕ ਗੈਂਗਸਟਰ ਹਿਸਟਰੀ ਸ਼ੀਟਰ ਸੀ, ਜਿਸ ਤੇ ਜਿਹੜਾ ਉੱਥੇ ਰਾਜ ਸਰਕਾਰ ਦੀ ਪੁਸ਼ਤ ਪਨਾਹੀ ਸੀ ਜਾਂ ਉੱਥੇ ਦੇ ਵੱਡੇ ਵੱਡੇ ਅਫਸਰਾਂ ਜਾਂ ਆਗੂਆਂ ਨਾਲ ਉਸਦੇ ਸੰਬੰਧ ਸੀ। ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਉਹਦੇ ਘਰ ਜਾਂਦੀ ਹੈ, ਅੱਗੇ ਉਹਦੇ ਬੰਦੇ ਫਾਇਰਿੰਗ ਕਰਦੇ ਨੇ ਤੇ 7-8 ਪੁਲਿਸ ਦੇ ਮੁਲਾਜ਼ਮ ਮਾਰੇ ਜਾਂਦੇ ਨੇ। ਫਿਰ ਪੁਲਿਸ ਉਸ ਨੂੰ ਲੱਭਣ ਦੌੜਦੀ ਹੈ ਕਿ ਇਹਨੂੰ ਫੜੋ। ਉਹ ਭੱਜ ਜਾਂਦਾ ਹੈ ਤੇ ਇੱਕ ਦੂਸਰੇ ਸੂਬੇ ਵਿੱਚ ਕਥਿਤ ਤੌਰ ਤੇ ਦੱਸਿਆ ਜਾਂਦਾ ਹੈ ਕਿ ਉਸਨੇ ਆਤਮ ਸਮਰਪਣ ਕੀਤਾ ਹੈ ਮੰਦਿਰ ਦੇ ਲਾਗੇ, ਤੇ ਜਾਂ ਫੜਿਆ ਗਿਆ ਜਾਂ ਕੁਝ ਵੀ ਹੋਇਆ। ਫਿਰ ਉਹ ਪੁਲਿਸ ਯੂਪੀ ਦੀ ਉਸ ਨੂੰ ਲੈਣ ਜਾਂਦੀ ਹੈ, ਤੇ ਜਦੋਂ ਫਿਰ ਵਾਪਸ ਆਉਂਦੀ ਹੈ ਅਗਲੀ ਕਹਾਣੀ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਉਹਦੀ ਵੈਨ ਪਲਟ ਜਾਂਦੀ ਤੇ ਵਿਕਾਸ ਦੁਬੇ ਦਾ ਭੋਗ ਪੈ ਜਾਂਦਾ। ਹੁਣ ਉਹ ਗੱਲ ਤੇ ਮਿੱਟੀ ਦਾ ਪੈ ਗਈ ਹੈ, ਪਰ ਪੁਲਿਸ ਦੀ ਕਾਰਜਕਾਰੀ ਤੇ ਸਵਾਲ ਉਦੋਂ ਵੀ ਉੱਠੇ ਸਨ। ਦਿੱਲੀ ਪੁਲਿਸ ਦੀ ਕਾਰਜਕਾਰੀ ਤੇ ਸਵਾਲ ਵੀ ਪਹਿਲਾਂ ਉੱਠਦੇ ਰਹੇ ਨੇ। ਗੱਲ ਲੰਬੀ ਹੋ ਜਾਣੀ, ਆਪਾਂ ਮੁੱਦੇ ਤੇ ਆਵਾਂਗੇ। ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਦੇ ਖਿਲਾਫ ਬਹੁਤ ਲੰਬੀਆਂ ਚੌੜੀਆਂ ਕਾਰਵਾਈਆਂ ਕੀਤੀਆਂ, ਉਹਨਾਂ ਨੂੰ ਹਿਰਾਸਤ ਵਿੱਚ ਵੀ ਰੱਖਿਆ ਤੇ ਉਹਨਾਂ ਨੂੰ ਇੰਟੈਰੋਗੇਟ ਕਰਨ ਦੀਆਂ ਵੀ ਖਬਰਾਂ ਆਉਂਦੀਆਂ ਰਹੀਆਂ ਨੇ। ਤੇ ਹੁਣ ਕਹਿੰਦੇ ਨੇ ਕਿ ਇੱਕ ਫਿਲਮ ਨੂੰ ਲੈ ਕੇ ਉਸ ਦੇ ਮੁੱਦੇ ਤੇ ਤੇਜਿੰਦਰਪਾਲ ਸਿੰਘ ਬੱਗਾ ਨੇ ਕੋਈ ਬਿਆਨ ਜਾਰੀ ਕਰ ਦਿੱਤਾ। ਤੇਜਿੰਦਰਪਾਲ ਸਿੰਘ ਬੱਗਾ ਭਾਜਪਾ ਦਾ ਆਗੂ ਹੈ ਜੋ ਦਿੱਲੀ ਦੇ ਵਿੱਚ ਹੈ। ਉਸਨੇ ਕੋਈ ਬਿਆਨ ਅਰਵਿੰਦ ਕੇਜਰੀਵਾਲ ਦੇ ਘਰ ਦੇ ਮੋਹਰੇ ਜਿਹੜਾ ਸੀ ਦੇ ਦਿੱਤਾ, ਜਿਸ ਵਿੱਚ ਕਥਿਤ ਤੌਰ ਤੇ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਨੇ ਕਿ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਪੰਜਾਬ ਵਿੱਚ ਕੇਸ ਦਰਜ ਹੁੰਦਾ, ਦਿੱਲੀ ਵਿੱਚ ਕੇਸ ਵੀ ਨਹੀਂ ਦਰਜ ਹੁੰਦਾ, ਹਰਿਆਣੇ ਵਿੱਚ ਤੇ ਕੀ ਹੋਣਾ ਹੈ। ਪੰਜਾਬ ਵਿੱਚ ਕੇਸ ਦਰਜ ਹੁੰਦਾ ਹੈ ਕਿਸੇ ਦੀ ਸ਼ਿਕਾਇਤ ਦੇ ਆਧਾਰ ਤੇ ਉਸ ਤੇ ਵਾਰੰਟ ਜਿਹੜੇ ਨੇ ਜਾਰੀ ਹੁੰਦੇ ਨੇ। ਅਦਾਲਤ 1 2 3 4 5 ਵਾਰੀ ਉਸ ਨੂੰ ਸੱਦਾ ਭੇਜਦੀ ਹੈ, ਸਮਨ ਭੇਜਦੀ ਹੈ, ਪਰ ਉਹ ਹਾਜ਼ਰ ਨਹੀਂ ਹੁੰਦੇ ਮਹਾਂਪੁਰਖ। ਤੇਜਿੰਦਰਪਾਲ ਬੱਗੇ ਨੂੰ ਫੜਨ ਲਈ ਪੁਲਿਸ ਪਹਿਲਾਂ ਵੀ ਕਈ ਵਾਰੀ ਗਈ ਹੈ ਤੇ ਉਹ ਉਹਨਾਂ ਦੇ ਹੱਥ ਨਹੀਂ ਲੱਗਾ। ਤੇ ਅੱਜ ਸਵੇਰੇ 8 ਵਜੇ ਦੱਸਿਆ ਜਾਂਦਾ ਹੈ ਕਿ ਪੁਲਿਸ ਦੀਆਂ ਵਾਹਵਾ ਸਾਰੀਆਂ 8-10 ਗੱਡੀਆਂ ਗਈਆਂ ਤੇ 50 ਪੁਲਿਸ ਮੁਲਾਜ਼ਮ ਗਏ ਤੇ ਤੇਜਿੰਦਰਪਾਲ ਬੱਗਾ ਨੂੰ ਘਰੋਂ ਖਿੱਚ ਕੇ ਲੈ ਆਉਂਦਾ। ਉਸਦੇ ਬਾਪ ਵੀ ਉਹਦਾ ਉੱਥੇ ਮੌਜੂਦ ਸੀ ਤੇ ਉਹ ਹੱਥ ਮਲਦਾ ਰਹਿ ਗਿਆ। ਫਿਰ ਉਸਨੇ ਪੁਲਿਸ ਨੂੰ ਸੱਦਿਆ ਤੇ ਅਖੀਰ ਕੁਰਕਸ਼ੇਤਰ ਪਿਪਲੀ ਜਿਹਨੂੰ ਆਖ ਦਿੰਦੇ ਆ, ਕੁਰਕਸ਼ੇਤਰ ਜੋ ਹਰਿਆਣੇ ਦਾ ਖੇਤਰ ਹੈ, ਹਰਿਆਣੇ ਆ ਕੇ ਉਸ ਪੁਲਿਸ ਦੇ ਕਾਫਲੇ ਨੂੰ, ਪੰਜਾਬ ਪੁਲਿਸ ਦੇ ਨੂੰ ਰੋਕ ਲਿਆ ਗਿਆ ਤੇ ਤੇਜਿੰਦਰਪਾਲ ਬੱਗਾ ਨੂੰ ਉੱਥੇ ਫਿਰ ਲੋਕਲ ਥਾਣੇ ਲਿਜਾਇਆ ਗਿਆ, ਜਿੱਥੇ ਪੁਲਿਸ ਦੇ ਅਧਿਕਾਰੀ ਤੇ ਹੋਰ ਦਿੱਲੀ ਵਾਲੇ ਵੀ ਪਹੁੰਚ ਗਏ ਤੇ ਹਰਿਆਣੇ ਵਾਲੇ ਵੀ ਪਹੁੰਚ ਗਏ ਤੇ ਪੰਜਾਬ ਦੇ ਅਜੇ ਰਾਹ ਵਿੱਚ ਹੀ ਸਨ ਕਿ ਹਰਿਆਣੇ ਵਾਲੀ ਪੁਲਿਸ ਨੇ ਇੱਕਦਮ ਫੈਸਲਾ ਕਰਦੇ ਹੋਏ ਜਿਹੜਾ ਸੀ ਤੇਜਿੰਦਰਪਾਲ ਬੱਗੇ ਨੂੰ ਜਿਹੜਾ ਸੀ ਉਹ ਦਿੱਲੀ ਪੁਲਿਸ ਨੂੰ ਸੌਂਪ ਦਿੱਤਾ ਤੇ ਉਸ ਨੂੰ ਬੜੇ ਮਾਣ ਸਤਿਕਾਰ ਅਦਬ ਦੇ ਨਾਲ ਦਿੱਲੀ ਨੂੰ ਰਵਾਨਾ ਕਰ ਦਿੱਤਾ ਗਿਆ। ਇਹ ਆਖਰੀ ਖਬਰ ਹੈ। ਪਰ ਪੰਜਾਬ ਪੁਲਿਸ ਤੇ ਕੇਸ ਵੀ ਦੱਸਿਆ ਜਾਂਦਾ ਕਿ ਦਰਜ ਕੀਤਾ ਗਿਆ ਜਾਂ ਨਹੀਂ ਹੋਇਆ, ਅਜੇ ਤੱਕ ਪੂਰੀ ਡਿਟੇਲ ਨਹੀਂ ਆਈ ਤੇ ਉਹਨਾਂ ਤੇ ਕਿਡਨੈਪਿੰਗ ਦਾ, ਅਗਵਾ ਦਾ ਦੋਸ਼ ਲੱਗਾ। ਬੜੀ ਅਜੀਬੋ-ਗਰੀਬ ਗੱਲ ਹੈ। ਇੱਕ ਦੇਸ਼, ਪੁਲਿਸ ਇੱਕੋ ਹੀ ਹੈ, ਭਾਵੇਂ ਕਿ ਉਹਨਾਂ ਦੇ ਵੱਖਰੀ ਵੱਖਰੀ ਵਰਤੀ ਹੈ, ਪਰ ਸੰਵਿਧਾਨ ਤੇ ਇੱਕੋ ਨੂੰ ਮੰਨਦੇ ਨੇ। ਇਹ ਕੇਸ ਅਗਵਾ ਦਾ ਕਿਵੇਂ ਹੋਇਆ? ਕੀ ਪੰਜਾਬ ਪੁਲਿਸ ਦੂਸਰੇ ਰਾਜ ਵਿੱਚ ਜਾ ਕੇ ਕਾਰਵਾਈ ਨਹੀਂ ਕਰ ਸਕਦੀ? ਕਾਂਗਰਸ ਵਾਲੇ ਕੀ ਕਹਿੰਦੇ ਨੇ? ਉਹ ਤਾਂ ਕੁਝ ਬੋਲ ਨਹੀਂ ਰਹੇ। ਅਕਾਲੀ ਦਲ ਵਾਲੇ ਬੋਲਣ ਜੋਗੇ ਨਹੀਂ, ਤੇ ਜੇ ਉਹ ਇਸ ਦੇ ਵਿਰੋਧ ਵਿੱਚ ਬੋਲਦੇ ਨੇ ਤੇ ਬੀਜੇਪੀ ਦੀ ਇੰਡਾਇਰੈਕਟਲੀ ਹਮਾਇਤ ਹੋ ਜਾਂਦੀ ਹੈ। ਜੇ ਹੱਕ ਵਿੱਚ ਬੋਲਦੇ ਨੇ ਤੇ ਫਿਰ ਆਮ ਆਦਮੀ ਪਾਰਟੀ ਦੀ ਹਮਾਇਤ ਹੋ ਜਾਂਦੀ ਹੈ। ਉਹ ਅਜੇ ਤੱਕ ਚੁੱਪ ਨੇ, ਪਰ ਮੋਟਾ ਆਮ ਲੋਕੇ ਕਹਿ ਰਹੇ ਨੇ, ਖਾਸ ਤੌਰ ਤੇ ਬੀਜੇਪੀ ਵਾਲੇ, ਕਿ ਕੇਜਰੀਵਾਲ ਆਪਣੇ ਨਿਸ਼ਾਨੇ ਸਿੱਧੇ ਕਰਨ ਲਈ ਜਿਹੜਾ ਹੈ ਉਹ ਪੰਜਾਬ ਪੁਲਿਸ ਦੀ ਵਰਤੋਂ ਕਰ ਰਿਹਾ। ਹੁਣ ਜੇ ਇਸ ਦੇ ਵਿੱਚੋਂ ਗੱਲ ਤੇ ਸਵਲੀਨ ਮੈਂ ਸੱਚ ਆਖਾਂ ਤੇ ਲੱਗਦੀ ਹੈ ਕਿ ਕੇਜਰੀਵਾਲ ਆਪਣੇ ਉੱਲੂ ਸਿੱਧੇ ਕਰਨ ਲਈ ਜਿਹੜਾ ਹੈ ਉਹ ਵਰਤ ਰਿਹਾ ਹੈ ਪੰਜਾਬ ਪੁਲਿਸ ਨੂੰ। ਇਸੇ ਕੜੀ ਦੇ ਵਿੱਚ ਹੁਣ ਜਿਹੜੇ ਹੱਕ ਦੇ ਵਿੱਚ ਬੋਲੇ ਨੇ, ਜਿਹੜੇ ਜਾਂ ਪੰਜਾਬ ਪੁਲਿਸ ਦੀ ਕਾਰਵਾਈ ਦੇ ਵਿਰੁੱਧ ਬੋਲੇ ਨੇ,
ਉਹਨਾਂ ਵਿੱਚ ਹਲਕਾ ਲਾਂਬਾ ਤੇ ਜਿਹੜੇ ਕੁਮਾਰ ਵਿਸ਼ਵਾਸ ਦਾ ਨਾਮ ਆਉਂਦਾ। ਜੀ ਕੁਮਾਰ ਵਿਸ਼ਵਾਸ ਨੇ ਵੰਗਾਰਿਆ ਪੰਜਾਬੀਆਂ ਨੂੰ, ਔਰ ਉਹ ਆਪਣੇ ਅੰਦਾਜ਼ ਦੇ ਵਿੱਚ, ਸ਼ਾਇਰਾਨਾ ਅੰਦਾਜ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਖੋ ਇਸ ਤਰ੍ਹਾਂ ਇੱਕ ਬੰਦਾ ਜਿਹੜਾ ਹੈ ਵਰਤ ਰਿਹਾ ਹੈ, ਇਹ ਉਹ ਗੱਲ ਨਹੀਂ ਹੈ, ਇਨਕਲਾਬ ਵਾਲੀ ਗੱਲ ਨਹੀਂ ਹੈ, ਪਗੜੀ ਸੰਭਾਲ ਜੱਟਾਂ ਦੀ ਗੱਲ ਉਹਨਾਂ ਨੇ ਕੀਤੀ ਹੈ। ਖੈਰ ਉਹ ਲੋਕਾਂ ਨੂੰ ਆਪਣਾ ਸੁਨੇਹਾ ਦੇ ਰਹੇ ਨੇ, ਫਸੇ ਉਹ ਵੀ ਹੋਏ ਨੇ। ਤੇ ਹਲਕਾ ਲਾਂਬਾ ਨੇ ਸਾਫ਼ ਕਹਿ ਦਿੱਤਾ ਕਿ ਪੁਲਿਸ ਮੈਨੂੰ ਫੜਦੀ ਹੈ ਤਾਂ ਫੜ ਲਵੇ, ਮੈਂ ਤੇ ਹੁਣ ਇਸੇ ਤਰ੍ਹਾਂ ਹੀ ਜਿਹੜਾ ਪੇਸ਼ ਹੋਵਾਂਗੀ, ਮੈਂ ਕੋਈ ਇਸ ਵਿੱਚ ਕੋਈ ਅੜਚਣ ਨਹੀਂ ਪੇਸ਼ ਕਰਾਂਗੀ ਤੇ ਕਾਨੂੰਨ ਨੂੰ ਆਪਣੀ ਕਾਰਵਾਈ ਕਰਨ ਦੇਵਾਂਗੀ ਜੀ। ਪਰ ਗੱਲ ਇਹ ਹੈ ਕਿ ਕੇਜਰੀਵਾਲ ਦੇ ਖਿਲਾਫ ਕੇਸ ਦਿੱਲੀ ਵਿੱਚ ਕਿਉਂ ਨਹੀਂ ਦਰਜ ਹੋ ਰਿਹਾ? ਜੇ ਕੇਜਰੀਵਾਲ ਦੀ ਸ਼ਿਕਾਇਤ ਤੇ ਜਾਂ ਕੇਜਰੀਵਾਲ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਨੇ, ਉਹਨਾਂ ਦੇ ਦਿੱਲੀ ਵਿੱਚ ਕੇਸ ਕਿਉਂ ਨਹੀਂ ਦਰਜ ਹੋ ਰਿਹਾ? ਇਹ ਗੱਲ ਸਮਝਣ ਵਾਲੀ ਹੈ। ਪਰ ਪੁਲਿਸ ਦੀ ਜਿਹੜੀ ਇੱਕ ਆਪਣੀ ਇੱਕ ਕੰਮ ਕਰਨ ਦੀ ਇੱਕ ਸ਼ਕਤੀ ਹੁੰਦੀ ਹੈ, ਤਰੀਕਾ ਹੁੰਦਾ ਹੈ, ਹਰ ਦੇਸ਼ ਦੇ ਵਿੱਚ ਸੰਵਿਧਾਨ ਨਾਲ ਚੱਲਣ ਦੀ ਗੱਲ ਹੁੰਦੀ ਹੈ, ਉਸ ਨੂੰ ਅੱਖੋਂ ਪਰੋਖਿਆ ਕਰਕੇ ਅੱਜ ਤੱਕ ਸਾਡੇ ਆਗੂਆਂ ਨੇ ਆਪਣੇ ਮਫਾਦ ਲਈ ਇਸ ਨੂੰ ਵਰਤਿਆ। ਅਜੇ ਕੱਲ੍ਹ ਦੀਆਂ ਤਾਂ ਗੱਲਾਂ ਨੇ। ਯੂਪੀ ਦਾ ਇੱਕ ਹਿਸਟਰੀ ਸ਼ੀਟਰ ਜਿਹੜਾ ਜੋ ਉਸ ਤੇ ਕਈ ਕੇਸਾਂ ਦੇ ਵਿੱਚ ਲੋੜੀਂਦਾ ਸੀ, ਉਸ ਨੂੰ ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਸੀ ਤੇ ਬੜੀਆਂ ਕੋਸ਼ਿਸ਼ਾਂ ਦੇ ਬਾਅਦ ਫਿਰ ਪੰਜਾਬ ਸਰਕਾਰ ਨੇ ਉਸ ਨੂੰ ਰਿਲੀਜ਼ ਕੀਤਾ। ਇੱਥੋਂ ਫਿਰ ਯੂਪੀ ਦੀ ਪੁਲਿਸ ਲੈ ਕੇ ਗਈ ਹੈ। ਮੈਂ ਇਹ ਗੱਲ ਕਰਦਾ, ਕਦੇ ਸਬਲੀਨ ਇਹ ਸਮਾਂ ਹੁੰਦਾ ਸੀ ਕਿ ਇੱਕ ਜ਼ਿਲ੍ਹੇ ਦੀ ਪੁਲਿਸ ਦੂਸਰੇ ਜ਼ਿਲ੍ਹੇ ਦੇ ਵਿੱਚ ਜਾ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਸੀ ਕਰ ਸਕਦੀ। ਤੇ ਅੱਜ ਫਿਰ ਇਹੋ ਹਾਲਾਤ ਪੈਦਾ ਹੋਣਗੇ। ਕੋਈ ਜਿਸ ਦੇ ਮਗਰ ਅੱਜ ਪੁਲਿਸ ਕਿਸੇ ਇੱਕ ਰਾਜ ਦੀ ਲੱਗੀ ਹੋਈ ਹੈ, ਜਦੋਂ ਬਾਰਡਰ ਲੰਘ ਜਾਵੇ ਤੇ ਫਿਰ ਉਹ ਸੇਫ ਹੋ ਜਾਵੇਗਾ। ਤਾਲਮੇਲ ਕਿੱਥੇ ਗਿਆ? ਅਸੀਂ ਤੇ ਇੰਟਰਪੋਲ ਦੀ ਗੱਲ ਕਰਦੇ ਹਾਂ, ਜੋ ਇੰਟਰਨੈਸ਼ਨਲ ਪੁਲਿਸ ਹੁੰਦੀ ਹੈ। ਜਦੋਂ ਉਹ ਕੋਈ ਇਹੋ ਜਿਹਾ ਮੁਲਕ ਛੱਡ ਕੇ ਭੱਜ ਜਾਵੇ ਜਾਂ ਕੁਝ ਗੱਲ ਹੋਵੇ, ਫਿਰ ਉਸ ਦੀ ਮਦਦ ਨਾਲ ਉਸ ਨੂੰ ਲੱਭਿਆ ਲਿਆਂਦਾ ਜਾਂਦਾ ਤੇ ਉਸ ਤਾਲਮੇਲ ਬਣਾਇਆ ਜਾਂਦਾ। ਤੇ ਸਾਡੇ ਤੇ ਆਪਣੇ ਮੁਲਕ ਦੀਆਂ 3 ਰਾਜਾਂ ਦੀਆਂ ਪੁਲਿਸ ਦੇ ਵਿੱਚ ਤਾਲਮੇਲ ਨਹੀਂ ਹੈ। ਉਹ ਤਾਲਮੇਲ ਇਸ ਕਰਕੇ ਨਹੀਂ ਹੈ ਕਿਉਂਕਿ ਸਾਡੇ ਰਾਜਨੀਤੀਵਾਨਾਂ ਨੇ ਪੁਲਿਸ ਨੂੰ ਆਪਣੇ ਬੁੱਝੇ ਵਿੱਚ ਪਾਇਆ ਹੋਇਆ ਤੇ ਪੁਲਿਸ ਆਜ਼ਾਦ ਨਹੀਂ ਹੈ। ਜੇ ਪੁਲਿਸ ਆਜ਼ਾਦ ਹੋਵੇ ਤੇ ਇੱਕ ਪੁਲਿਸ ਨੂੰ ਦੂਸਰੀ ਨੂੰ ਕਾਰਵਾਈ ਕਰਨ ਦੀ ਇਜਾਜ਼ਤ ਦੇਵੇ। ਭਾਈ ਜਿਹੜੀ ਗੱਲ ਹੈ ਕਰੋ। ਜੇ ਉਸ ਨੂੰ ਅਦਾਲਤ ਨੇ ਅੱਜ ਤੱਕ ਸੱਦਿਆ ਹੋਇਆ ਸੀ ਤੇ ਉਹ ਅਦਾਲਤ ਵਿੱਚ ਹਾਜ਼ਰ ਕਿਉਂ ਨਹੀਂ ਹੋਇਆ? ਕੀ ਅਦਾਲਤ ਦੇ ਹੁਕਮ ਦੀ ਉਲੰਘਣਾ ਨਹੀਂ? ਇਹਨਾਂ ਸਾਰੀਆਂ ਗੱਲਾਂ ਕਰਕੇ ਗ੍ਰਿਫਤਾਰ ਕਰਨ ਦੀ ਉਸ ਨੂੰ ਕੋਸ਼ਿਸ਼ ਪੰਜਾਬ ਪੁਲਿਸ ਦੀ ਸਾਡੇ ਪ੍ਰੋਗਰਾਮ ਰਿਕਾਰਡ ਕੀਤੇ ਜਾਣ ਤੱਕ ਨਾਕਾਮ ਹੋਈ ਹੈ। ਪੰਜਾਬ ਸਰਕਾਰ ਹਾਈ ਕੋਰਟ ਵਿੱਚ ਵੀ ਪਹੁੰਚੀ ਹੈ। ਕਿੰਨੀ ਛੇਤੀ ਕੀ ਸੁਣਵਾਈ, ਕੀ ਫੈਸਲਾ ਆਉਂਦਾ ਹੈ, ਪਰ ਤੇਜਿੰਦਰਪਾਲ ਬੱਗਾ ਜੀ ਆਰਾਮ ਨਾਲ ਦਿੱਲੀ ਜਾ ਕੇ ਬਹਿ ਗਏ ਨੇ ਜੀ। ਕੈਪਟਨ ਦੀ ਖਿਦਮਤ ਕਰਨ ਲਈ ਜਾਣਿਆ ਜਾਂਦਾ ਨਾਂ ਰਾਣਾ ਗੁਰਮੀਤ ਸਿੰਘ ਸੋਢੀ, ਉਹਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਇਲੈਕਸ਼ਨ ਤੋਂ ਤਕਰੀਬਨ 2 ਮਹੀਨੇ ਪਹਿਲਾਂ ਕਾਂਗਰਸ ਛੱਡਤੀ ਤੇ ਅੱਜ ਕੱਲ੍ਹ ਭਾਜਪਾ ਦੇ ਫੁੱਲ ਦੀ ਖੁਸ਼ਬੂ ਲੈ ਰਹੇ ਨੇ। ਉਹਨਾਂ ਨੇ ਕੁਲਦੀਪ ਜੀ ਇੱਕ ਖੁਲਾਸਾ ਕੀਤਾ ਜਾਂ ਦਰਸ਼ਕਾਂ ਦੇ ਨਾਲ ਸਾਂਝਾ ਕਰ ਲਈਏ ਉਹ ਵੀ। ਰਾਣਾ ਸੋਢੀ ਜੀ ਜੋ ਕੈਪਟਨ ਦੇ ਬਹੁਤ ਨਜ਼ਦੀਕੀਆਂ ਵਿੱਚੋਂ ਮੰਨੇ ਗਏ ਨੇ, ਇੱਥੋਂ ਤੱਕ ਕਿ ਕੈਪਟਨ ਸਾਹਿਬ ਦੇ ਮਹਿੰਗੇ ਸ਼ੌਕ ਔਰ ਪਾਰਟੀਆਂ ਦੇ ਵਿੱਚ ਸਭ ਤੋਂ ਮੋਹਰਲਾ ਨਾਮ ਅਗਰ ਕਿਸੇ ਦਾ ਆਉਂਦਾ ਸੀ ਤੇ ਉਹ ਰਾਣਾ ਸੋਢੀ ਦਾ ਆਉਂਦਾ ਸੀ, ਰਾਣਾ ਗੁਰਮੀਤ ਸਿੰਘ ਸੋਢੀ। ਗੁਰੂ ਹਰਸਹਾਏ ਤੇ ਫਿਰੋਜ਼ਪੁਰ ਦੇ ਨਾਲ ਹਲਕਿਆਂ ਨਾਲ ਜੁੜੇ ਹੋਏ, 4 ਵਾਰੀ ਦੇ MLA ਤੇ ਵੱਡੇ ਅਹੁਦੇ ਤੇ ਕੈਬਨਿਟ ਮੰਤਰੀ ਵਜੋਂ ਰਹਿ ਚੁੱਕੇ। ਦੱਸਿਆ ਜਾਂਦਾ ਹੈ ਕਿ ਉਹ ਸਾਬਕਾ ਨਿਸ਼ਾਨੇਬਾਜ਼ ਨੇ ਤੇ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਨੇ ਨਿਸ਼ਾਨੇਬਾਜ਼ੀ ਦੇ ਵਿੱਚ। ਰਾਣਾ ਸੋਢੀ ਜਿਹੜੇ ਨੇ ਉਹਨਾਂ ਨੇ ਉਹ ਅੱਜ ਕੱਲ੍ਹ ਇੱਕ ਮੈਂ ਦੱਸ ਦੇਵਾਂ ਕਿ ਉਹ ਭਾਜਪਾ ਵਿੱਚ, ਜਿਵੇਂ ਤੁਸੀਂ ਦੱਸਿਆ ਕਿ ਭਾਜਪਾ ਵਿੱਚ ਨੇ, ਭਾਜਪਾ ਵਿੱਚ ਗਏ ਕਦੋਂ ਨੇ? ਜਦੋਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਲੈ ਜਾਂਦੇ ਨੇ ਤੇ ਇਹ ਉਹਨਾਂ ਦੇ ਵਫਾਦਾਰਾਂ ਦੇ ਵਿੱਚ ਹੁੰਦੇ ਹੋਏ ਉਹਨਾਂ ਦੇ ਨਾਲ ਰਹੇ ਨੇ। ਫਿਰ ਸ਼ਕਤੀ ਪ੍ਰਦਰਸ਼ਨ ਜਿੱਥੇ ਕੈਪਟਨ ਕਹਿੰਦੇ ਸੀ ਕਿ ਮੇਰੇ ਨਾਲ ਕਾਂਗਰਸ ਦੇ ਇੰਨੇ ਬੰਦੇ ਹੋਣਗੇ ਤੇ ਰਾਣਾ ਗੁਰਮੀਤ ਸਿੰਘ ਸੋਢੀ ਉਹਨਾਂ 'ਚੋਂ ਸਭ ਤੋਂ ਮੋਹਰੇ ਹੁੰਦੇ ਸੀ। ਇੱਕ ਹੋਰ ਰਾਣਾ ਵੀ ਹੁੰਦੇ ਸੀ, ਰਾਣਾ KP ਸਿੰਘ ਤੇ ਰਾਣਾ ਗੁਰਜੀਤ ਸਿੰਘ ਵੀ ਸੀ, ਪਰ ਉਹ ਛੇਤੀ ਪਿੱਛੇ ਹਟ ਗਏ ਸੀ। ਹੁਣ ਗੱਲ ਇਹ ਹੈ ਕਿ ਰਾਣਾ ਸੋਢੀ ਜਦੋਂ BJP ਵਿੱਚ ਜਾਂਦੇ ਨੇ ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉੱਥੇ ਵੀ ਨਕਾਰਦੇ ਨੇ, ਭਾਵੇਂ ਉਹਨਾਂ ਦੇ ਨਾਲ ਰਹੇ ਨੇ ਸਾਰੀ ਜ਼ਿੰਦਗੀ, ਨਕਾਰਦੇ ਇਸ ਭਾਵ ਨਾਲ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਿਸ਼ਾਨ ਥੱਲੇ ਚੋਣ ਨਹੀਂ ਲੜਦੇ, ਉਹ BJP ਦੇ ਨਿਸ਼ਾਨ ਥੱਲੇ ਚੋਣ ਫਾਈਟ ਕਰਦੇ ਨੇ ਤੇ ਉਹ ਹਾਰ ਜਾਂਦੇ ਨੇ ਫਿਰੋਜ਼ਪੁਰ ਤੋਂ। ਹੁਣ ਗੱਲ ਇਹ ਹੈ ਕਿ ਰਾਣਾ ਸੋਢੀ ਜਦੋਂ ਅੱਜ ਇਹ ਕਹਿ ਰਹੇ ਨੇ ਕਿ ਮੇਰੇ ਨਾਲ ਆਮ ਆਦਮੀ ਪਾਰਟੀ ਦੇ 12 ਤੋਂ ਵੱਧ ਵਿਧਾਇਕ ਜਿਹੜੇ ਨੇ ਮੇਰੇ ਸੰਪਰਕ ਵਿੱਚ ਨੇ ਤੇ ਇਹ ਸਰਕਾਰ 6 ਮਹੀਨਿਆਂ ਦੇ ਵਿੱਚ ਟੁੱਟ ਜਾਣੀ ਆ। ਇਹ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣ ਗਈ ਹੈ ਤੇ ਇਹ ਚੱਲਣੀ ਨਹੀਂ, ਇਹ ਤੁਸੀਂ ਦੇਖ ਲਿਓ। ਹੁਣ ਗੱਲ ਇਹ ਆ ਕਿ ਜਦੋਂ ਕਹਿੰਦੇ ਨੇ ਕਿ 12 ਵਿਧਾਇਕ ਮੇਰੇ ਨਾਲ ਨੇ ਤੇ ਮੇਰੇ ਸੰਪਰਕ ਵਿੱਚ ਨੇ, ਕਿਸ ਗੱਲ ਕਰਕੇ ਸੰਪਰਕ ਵਿੱਚ ਨੇ? ਉਹ ਕਹਿੰਦੇ ਨੇ ਕਿ ਮੈਂ ਇਹ ਵਿਧਾਇਕ ਜਿਹੜੇ ਨੇ ਉਹਨਾਂ ਨੂੰ ਸਰਕਾਰ ਦੇ ਕੰਮਕਾਜ ਕਰਨ ਦਾ ਤਰੀਕਾ ਪਸੰਦ ਨਹੀਂ ਹੈ ਤੇ ਉਹ ਉਸ ਕਰਕੇ ਉਹ ਬਹੁਤ ਦੁਖੀ ਨੇ। ਮੇਰਾ ਮਤਲਬ ਇਹ ਹੈ ਕਿ ਦੁਖੀ ਤੇ ਅਜੇ ਬਹੁਤ ਹੋਣਗੇ, 92 ਨੇ, 92 ਵਿੱਚੋਂ ਜ਼ਿਆਦਾ ਨਹੀਂ ਤੇ 15-20 ਤੇ ਜ਼ਿਆਦਾ ਦੁਖੀ ਹੋਣਗੇ। ਪਰ ਇਹ ਦੁਖੀ ਜਿਹੜੇ ਨੇ ਕੀ ਇਸ ਤਾਕਤ ਦੇ ਵਿੱਚ ਹਨ ਜਾਂ
ਇਸ ਮੂਡ ਦੇ ਵਿੱਚ ਹਨ ਜਾਂ ਇਸ ਇੰਨੀ ਜ਼ਿਆਦਾ ਹਿੰਮਤ ਰੱਖਦੇ ਨੇ ਕਿ ਉਹ ਛੱਡ ਕੇ ਆਮ ਆਦਮੀ ਪਾਰਟੀ ਨੂੰ ਅੱਜ ਦੂਸਰੇ ਕਿਸ਼ਤੀ ਵਿੱਚ ਪੈਰ ਰੱਖ ਦੇਣ। ਦੇਖੋ, ਬਹੁਤੀਆਂ ਰਾਜਸੀ ਪਾਰਟੀਆਂ ਜਿਹੜੀਆਂ ਸੀ ਉਹ ਇਸ ਕਿਸਮ ਦੀ ਕਿਆਸਰਾਈ ਲਾਈਆਂ ਬੈਠੀਆਂ ਸੀ। ਬਹੁਤ ਲੋਕ ਇਲੈਕਸ਼ਨਾਂ ਦੇ ਰਿਜ਼ਲਟ ਆਉਣ ਤੋਂ ਪਹਿਲਾਂ ਕਹਿੰਦੇ ਸੀ ਕਿ ਦੇਖ ਲਿਓ ਬੀਜੇਪੀ ਵਾਲਿਆਂ ਨੇ ਕਿਸੇ ਨਾ ਕਿਸੇ ਤਰੀਕੇ ਸਰਕਾਰ ਬਣਾ ਲੈਣੀ ਆ, ਆਮ ਆਦਮੀ ਪਾਰਟੀ ਦੇ ਅੱਧੇ ਐਮਐਲਏ ਝੱਟ ਵਿਕ ਜਾਣੇ ਨੇ। ਤੇ ਇਹ ਹੁਣ ਤੇ 92 ਨੇ, ਇਹ ਵਿਕਣ ਵਾਸਤੇ ਤੇ ਉਹ ਮੇਰਾ ਖਿਆਲ ਹੈ ਮੈਜੋਰਟੀ ਲਈ 58-59 ਦੀ ਲੋੜ ਹੈ। ਇਹ ਤੇ ਵਾਧੂ ਨੇ। 12 ਵਿਧਾਇਕ ਉਹਨਾਂ ਦੇ ਸੰਪਰਕ ਵਿੱਚ ਹੋਣ ਕਿ ਕੀ ਕਰਨਗੇ। ਰਾਣਾ ਸੋਢੀ ਜੀ ਨੂੰ ਆਪਣਾ ਬਿਆਨ ਜਿਹੜਾ ਹੈ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਇਹ ਵਿਧਾਇਕ ਜਿਹੜੇ ਨੇ ਕਿਸ ਤਰ੍ਹਾਂ ਦੇ ਸੰਪਰਕ ਵਿੱਚ ਨੇ, ਉਹਨਾਂ ਨਾਲ ਬਹਿਣ ਉੱਠਣਾ ਹੈ, ਖਾਣ ਪੀਣ ਹੈ, ਕੋਈ ਵਿਚਾਰ ਸਾਂਝੇ ਹੁੰਦੇ ਆ, ਜਾਂ ਇਸ ਕਰਕੇ ਸੰਪਰਕ ਵਿੱਚ ਨੇ ਅਸੀਂ ਬਹੁਤ ਦੁਖੀ ਹਾਂ ਭਗਵੰਤ ਮਾਨ ਸਰਕਾਰ ਤੋਂ ਤੇ ਅਸੀਂ ਅੱਜ ਇਹਨੂੰ ਛੱਡ ਦੇਣਾ ਹੁਣ। ਤੇ ਦੇਖੋ, ਅਸੀਂ ਸਹਿਮਤ ਨਹੀਂ ਹੈ ਤੇ ਅਸੀਂ ਸਾਡਾ ਕੰਮਕਾਜ ਕਰਨ ਦਾ ਤਰੀਕਾ ਬਹੁਤ ਸੋਹਣਾ ਹੈ। ਸੋ ਇਹ ਗੱਲਾਂ ਨੇ। ਪਰ ਰਾਣਾ ਸੋਢੀ ਜੀ ਨੇ ਇੱਕ ਹਵਾਈ ਫਾਇਰ ਜਿਹਾ ਕੀਤਾ ਹੈ ਜਿਸ ਦਾ ਕੋਈ ਨਾ ਆਵਾਜ਼ ਆਈ ਹੈ ਤੇ ਨਾ ਕੋਈ ਉਸ ਦਾ ਕੋਈ ਨਤੀਜਾ ਨਿਕਲਿਆ। ਜੀ ਕੁਲਦੀਪ ਜੀ, ਗੱਲ ਨਵਜੋਤ ਸਿੰਘ ਸਿੱਧੂ ਦੀ ਵੀ ਕਰਦੇ ਹਾਂ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ, ਜਿਹੜੇ ਕਦੇ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਤੇ ਵਿਧਾਇਕ ਵੀ ਹੁੰਦੇ ਸੀ ਤੇ ਹੁਣ ਰਹਿ ਗਏ ਨੇ ਉਹ ਸਿਰਫ ਇੱਕ ਆਗੂ। ਉਹਨਾਂ ਤੇ ਇਲਜ਼ਾਮ ਲੱਗ ਰਿਹਾ ਕਿ ਅਕਾਲੀਆਂ ਦੇ ਨਾਲ ਰਲ ਕੇ ਭੰਡੀ ਕਰਦੇ ਨੇ। ਹਰੀਸ਼ ਚੌਧਰੀ ਨੇ ਫਿਰ ਸੋਨੀਆ ਗਾਂਧੀ ਨੂੰ ਕਿਹਾ ਵੀ ਰੋਕੋ ਇਹਨੂੰ, ਪਾਓ ਇਹਦੇ ਤੇ ਨੱਥ ਤੇ ਕਰੋ ਕੋਈ ਕਾਰਵਾਈ। ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਤੁਹਾਨੂੰ ਲੱਗਦਾ ਵੀ ਸਿੱਧੂ ਤੇ ਕੋਈ ਕਾਰਵਾਈ ਕਰ ਸਕਦਾ, ਕੋਈ ਸਜ਼ਾ ਦੇ ਸਕਦਾ ਹੈ ਨਵਜੋਤ ਸਿੰਘ ਸਿੱਧੂ ਨੂੰ? ਗੱਲ ਇਹ ਹੈ ਜੀ ਕਿ ਜਦੋਂ ਹਰੀਸ਼ ਚੌਧਰੀ ਨੇ ਕਾਰਵਾਈ ਲਈ ਚਿੱਠੀ ਲਿਖੀ ਹੈ, ਉਹ ਅਨੁਸ਼ਾਸਨੀ ਕਾਰਵਾਈ ਲਈ ਹੋਵੇਗੀ। ਜੇ ਪਰਫਾਰਮੈਂਸ ਦੇ ਆਧਾਰ ਤੇ ਕੀਤੀ ਜਾਵੇ ਗੱਲ, ਤਾਂ ਹਰੀਸ਼ ਚੌਧਰੀ ਦੀ ਪਰਫਾਰਮੈਂਸ ਵੀ ਉਹੋ ਜਿਹੀ ਰਹੀ ਹੈ ਜਿਹੋ ਜਿਹੀ ਪੰਜਾਬ ਕਾਂਗਰਸ ਦੀ ਰਹੀ ਤੇ ਨਵਜੋਤ ਸਿੱਧੂ ਦੀ ਰਹੀ ਹੈ। ਨਵਜੋਤ ਸਿੰਘ ਸਿੱਧੂ ਅਨਪ੍ਰੈਡਿਕਟੇਬਲ ਬਹੁਤ ਨੇ, ਪਰ ਅੱਜ ਕੱਲ੍ਹ ਉਹ ਮੁੱਦਿਆਂ ਦੀ ਗੱਲ ਨਾ ਕਰਕੇ ਆਪਣੇ ਦਾਅ ਪੇਚਾਂ ਦੇ ਵਿੱਚ ਉਲਝੇ ਹੋਏ ਨੇ। ਇੱਕ ਤੇ ਗੱਲ ਇਹ ਹੈ, ਜਦੋਂ ਉਹ ਕੈਪਟਨ ਅਮਰਿੰਦਰ ਸਿੰਘ ਬਾਰੇ ਕਹਿੰਦੇ ਸੀ ਕਿ ਦੇਖ ਲਓ ਜ਼ਮਾਨਤ ਜ਼ਬਤ ਹੋ ਗਈ ਸੀ, ਫਲਾਨਾ ਇੱਕ ਵਾਰੀ ਖੜਾ ਹੋ ਕੇ ਦੇਖ ਲਵੇ, ਅੰਮ੍ਰਿਤਸਰ ਤੋਂ ਮੈਂ ਇੰਨੀ ਵਾਰੀ ਜਿੱਤਿਆ, ਕਦੀ ਹਾਰਿਆ ਨੇ ਜ਼ਿੰਦਗੀ 'ਚ। ਹਾਰ ਤੇ ਝੱਲਣੀ ਪੈਂਦੀ ਹੈ, ਫਿਰ ਇਸ ਤਰ੍ਹਾਂ ਝੱਲਣੀ ਪੈਂਦੀ ਹੈ ਕਿ ਇੱਕ ਅਣਜਾਣ ਉਮੀਦਵਾਰ ਤੋਂ ਦੋ ਵੱਡੇ ਘਾਗ ਸਿਆਸਤਦਾਨ ਹਾਰ ਜਾਣ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਵਿੱਚੋਂ ਇੱਕ ਹੋਵੇ ਤੇ ਦੂਸਰਾ ਬਿਕਰਮ ਸਿੰਘ ਮਜੀਠੀਆ। ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਅਜੇ ਹਜ਼ਮ ਨਹੀਂ ਕਰ ਪਾ ਰਿਹਾ ਕਿ ਉਹਨਾਂ ਨਾਲ ਕੀ ਵਾਪਰਿਆ ਤੇ ਕਿਵੇਂ ਹੋਇਆ। ਬਿਕਰਮ ਮਜੀਠੀਆ ਦੀ ਗੱਲ ਸਮਝ ਆਉਂਦੀ ਹੈ ਕਿ ਉਹ ਆਪਣਾ ਹਲਕਾ, ਪੁਸ਼ਤੈਨੀ ਹਲਕਾ ਛੱਡ ਕੇ ਇੱਕ ਦੂਸਰੇ ਹਲਕੇ ਦੇ ਵਿੱਚ ਗਏ ਸੀ। ਦੂਸਰੀ ਗੱਲ, ਅਕਾਲੀ ਦਲ ਦੇ ਖਿਲਾਫ ਲੋਕਾਂ ਦਾ ਜ਼ਿਆਦਾ ਰੋਹ ਸੀ। ਅਕਾਲੀ ਦਲ ਦੇ ਤੇ ਵੱਡੇ ਵੱਡੇ ਥੰਮ ਡਿੱਗ ਪਏ, ਉਹਨਾਂ ਦੇ ਪ੍ਰਧਾਨ ਹਾਰ ਗਏ, ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਸਭ ਹਾਰ ਗਏ ਤੇ ਉਹਨਾਂ ਕੋਲ 3 ਸੀਟਾਂ ਲਾ ਪਾ ਕੇ ਬਚੀਆਂ। ਗੱਲ ਕਰਦੇ ਹਾਂ ਕਾਂਗਰਸ ਦੀ। ਕਾਂਗਰਸ ਦੇ ਕੋਲ ਤੇ ਫੇਰ ਵੀ ਅਜੇ ਮਾੜੀ ਮੋਟੀ ਗਿਣਤੀ ਹੈ, ਵਿਰੋਧੀ ਧਿਰ ਵਿੱਚ ਬਹਿਣ ਜੋਗੀ ਸੀਟਾਂ ਦੀ ਗੱਲ ਬਣ ਗਈ ਹੈ। ਉਨੀਆਂ ਜ਼ਿਆਦਾ ਨਹੀਂ, ਫੇਰ ਵੀ ਸੀਟਾਂ ਤੇ ਕੁਛ ਤੇ ਗਿਣਤੀ ਹੈ ਨਾ। ਤੇ ਉਹਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਜਿਹੜੇ ਹਾਰਨ ਵਾਲੇ ਵੱਡੇ ਸੀ, ਉਹਨਾਂ ਵਿੱਚੋਂ ਨਵਜੋਤ ਸਿੰਘ ਸਿੱਧੂ ਇੱਕ ਸਨ। ਗਲਤੀਆਂ ਤੇ ਰਹੀਆਂ ਹੋਣਗੀਆਂ, ਉਹਨਾਂ ਨੂੰ ਆਪਣੇ ਅੰਤਰ ਝਾਤ ਤੇ ਮਾਰੀ ਹੋਵੇਗੀ। ਪ੍ਰਧਾਨ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਸੋਨੀਆ ਗਾਂਧੀ ਨੇ ਲੈ ਲਿਆ ਜਾਂ ਨਹੀਂ ਲੈ ਲਿਆ, ਇਸ ਗੱਲ ਦਾ ਸਾਨੂੰ ਹੁਣ ਸਾਰਿਆਂ ਨੂੰ ਪਤਾ ਹੈ। ਪਰ ਨਵਜੋਤ ਸਿੰਘ ਸਿੱਧੂ ਆਪਣੇ ਜਿਹੜਾ ਇੱਕ ਫਰੰਟ ਫੁੱਟ ਤੇ ਖੇਡਣ ਦੀ ਆਦਤ ਹੁੰਦੀ ਨਾ, ਓਪਨਰ ਰਹੇ ਨੇ, ਉੱਥੋਂ ਪਿੱਛੇ ਨਹੀਂ ਹਟ ਰਿਹਾ, ਬੈਕ ਫੁੱਟ ਤੇ ਨਹੀਂ ਹੋ ਰਿਹਾ। ਉਹ ਕਦੇ ਭਗਵੰਤ ਮਾਨ ਤੇ ਵਾਰ, ਇੱਕ ਵਾਰੀ ਸਿਫਤ ਤੇ 5 ਵਾਰੀ ਨਿਖੇਧੀ, ਤੇ ਅਕਾਲੀ ਦਲ ਦਾ ਅਜੇ ਤੱਕ ਉਹਨਾਂ ਨੇ ਬਹੁਤਾ ਨਾਮ ਨਹੀਂ ਲਿਆ ਜਿਵੇਂ ਉਹ ਪਹਿਲਾਂ ਲਿਆ ਕਰਦੇ ਸਨ। ਜਿਵੇਂ ਉਹਨਾਂ ਨੂੰ ਲੱਗਦਾ ਹੀ ਹੁੰਦਾ ਸੀ ਕਿ ਸਾਡੀ ਮੁੱਖ ਦੁਸ਼ਮਣੀ ਜਿਹੜੀ ਆ ਉਹ ਅਕਾਲੀ ਦਲ ਨਾਲ ਹੈ, ਆਮ ਆਦਮੀ ਪਾਰਟੀ ਇਸ ਗਿਣਤੀ ਵਿੱਚ ਨਹੀਂ ਹੈ। ਪਰ ਉਹਨਾਂ ਨੇ ਅੱਜ ਤੱਕ ਜੇ ਕਿਸੇ ਦੀ ਇੱਕ ਦੀ ਨਿਖੇਧੀ ਨਹੀਂ ਕੀਤੀ ਤੇ ਉਹ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਉਹਨਾਂ ਨੂੰ ਪੁੱਛਿਆ ਵੀ ਗਿਆ ਕੈਟਾਗੋਰੀਕਲੀ ਵੀ, ਤੇ ਉਹ ਕਹਿੰਦੇ ਨੇ ਨੋ ਕਮੈਂਟਸ। ਚਲੋ, ਨਵਜੋਤ ਸਿੰਘ ਸਿੱਧੂ ਤੇ ਅਨੁਸ਼ਾਸਨੀ ਕਾਰਵਾਈ ਹੋਣੀ ਜਾਂ ਨਹੀਂ ਹੋਣੀ, ਅਜੇ ਤੱਕ ਉਹ ਜਿਹੜੀ ਕਮੇਟੀ ਹੈ ਉਹਦੇ ਮੁਖੀ ਜਿਹੜੇ ਨੇ ਏ.ਕੇ. ਐਂਟਨੀ, ਸਾਬਕਾ ਕੇਂਦਰੀ ਮੰਤਰੀ, ਉਹ ਬਿਮਾਰ ਨੇ। ਉਹਨਾਂ ਕਰਕੇ ਉਹ ਅਨੁਸ਼ਾਸਨੀ ਕਾਰਵਾਈ ਜਿਹੜੀ ਅੱਗੇ ਟਾਲ ਦਿੱਤੀ ਗਈ ਹੈ। ਚਿੱਠੀ ਲਿਖੀ ਗਈ ਹੈ ਤੇ ਕਿਹਾ ਵੀ ਜਾਂਦਾ ਕਿ ਰਾਜਾ ਵੜਿੰਗ ਦੇ ਕਹਿਣ ਤੇ ਲਿਖੀ ਗਈ ਹੈ ਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲੱਗਦਾ ਹੈ ਕਿ ਕਾਰਵਾਈ ਹੋਵੇਗੀ। ਤੇ ਉਹਨਾਂ ਨੇ ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕਿ ਹੁਨਰ ਹੋਵੇਗਾ ਤਾਂ ਦੁਨੀਆ ਕਦਰ ਕਰੇਗੀ, ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚਾ ਨਹੀਂ ਹੁੰਦਾ।
ਹੁਣ ਪਹਿਲਾਂ ਤਾਂ ਸਾਨੂੰ ਇਹ ਪਤਾ ਕਰਨਾ ਪਏਗਾ ਕਿ ਕਾਂਗਰਸ ਵਿੱਚ ਅੱਡੀਆਂ ਚੁੱਕ ਕੇ ਕੌਣ ਤੁਰਦਾ ਹੈ ਤੇ ਚੁੱਕ ਕੇ ਕੌਣ ਰੱਖਦਾ ਹੈ ਤੇ ਕਿਹਨੂੰ ਆਖਿਆ ਹੈ। ਜਾਂ ਫਿਰ ਸੁਨੀਲ ਜਾਖੜ ਵਾਂਗ ਅੰਬਰ ਗੋਜ਼ੀਆਂ ਹੀ ਚਲਾਈਆਂ ਨੇ। ਸੁਨੀਲ ਜਾਖੜ ਨੇ ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਗੱਲਾਂ ਕੀਤੀਆਂ ਸੀ ਐਸੇ ਅੰਦਾਜ਼ ਦੇ ਵਿੱਚ, ਤੇ ਜਦੋਂ ਇੱਕ ਵਾਰੀ ਸਾਬਤ ਹੋ ਗਿਆ ਕਿ ਉਹਨਾਂ ਨੇ ਇਸ ਵਿਅਕਤੀ ਦੇ ਬਾਰੇ ਆ ਗੱਲ ਕੀਤੀ ਹੈ, ਉਦੋਂ ਹੀ ਉਹ ਪਾਰਟੀ 'ਚੋਂ ਬਾਹਰ ਹੋ ਗਏ ਨੇ। ਹੁਣ ਨਵਜੋਤ ਸਿੰਘ ਸਿੱਧੂ ਨੇ ਕਿਸ ਬਾਰੇ ਆਖਿਆ, ਹੁਣ ਥੋੜਾ ਸੁਰ ਤੇ ਉਹਨਾਂ ਦੇ ਢਿੱਲੇ ਹੋਏ ਨੇ। ਅਜੇ ਵੀ ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਕਿ ਸੌਰੀ ਕਹਿ ਕੇ ਛੁੱਟਣ ਦੇ ਮੂਡ ਵਿੱਚ ਜਾਪਦੇ ਨੇ, ਕਿਉਂਕਿ ਅਗਲਾ ਰਸਤਾ ਉਹਨਾਂ ਲਈ ਖੁੱਲਾ ਨਹੀਂ ਹੈ। ਤੇ ਪ੍ਰਸ਼ਾਂਤ ਕਿਸ਼ੋਰ ਦੀ ਸਿਫਤ ਤਾਂ ਪ੍ਰਸ਼ਾਂਤ ਕਿਸ਼ੋਰ ਨੂੰ ਸ਼ਾਬਾਸ਼ ਜਾਂ ਵਧਾਈ ਦੇਣੀ ਉਹਨਾਂ ਨੂੰ ਅਜੇ ਬਹੁਤੀ ਮਹਿੰਗੀ ਪੈਣ ਵਾਲੀ ਜਾਪਦੀ ਨਹੀਂ ਹੈ ਕਿ ਪ੍ਰਸ਼ਾਂਤ ਕਿਸ਼ੋਰ ਭਾਵੇਂ ਉਹ ਕਾਂਗਰਸ ਨੂੰ ਜੁਆਇਨ ਨਹੀਂ ਕੀਤਾ, ਪਰ ਜਿਹੜਾ ਇੱਕ ਓਵਰਆਲ ਖੇਮਾ ਹੁੰਦਾ ਹੈ, ਇੱਕ ਏਰੀਆ ਹੁੰਦਾ, ਉਸ ਵਿੱਚੋਂ ਦਾਇਰੇ 'ਚੋਂ ਨਿਕਲ ਕੇ ਵੀ ਬਾਹਰ ਨਹੀਂ ਹੋ ਗਏ ਕਾਂਗਰਸ ਵਾਲੇ 'ਚੋਂ, ਕਿਉਂਕਿ ਚੋਇਸ ਕੋਈ ਨਹੀਂ ਹੈ। ਜੇ ਰਾਸ਼ਟਰੀ ਪੱਧਰ ਤੇ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦੇ ਵਿੱਚ ਕੋਈ ਇੱਕ ਪਾਰਟੀ ਜਿਸ ਦਾ ਉਹਦੇ ਵਰਕ ਉਹ ਕਹਿੰਦੇ ਨੇ ਉਹਨਾਂ ਦੇ ਲੀਡਰ ਕਿ ਸਾਡਾ ਭਾਰਤ ਦੇ ਹਰ ਪਿੰਡ ਦੇ ਵਿੱਚ ਇੱਕ ਵਿਅਕਤੀ ਜ਼ਰੂਰ ਮੌਜੂਦ ਹੈ, ਭਾਵੇਂ ਅਸੀਂ ਵਿਰੋਧੀ ਧਿਰ ਵਿੱਚ ਹਾਂ, ਪਰ ਫਿਰ ਵੀ ਇਹ ਕਾਂਗਰਸ ਕਹਿੰਦੀ ਹੈ ਕਿ ਸਾਡਾ ਹਰ ਪਿੰਡ ਦੇ ਵਿੱਚ ਇੱਕ ਕਾਂਗਰਸੀ ਵਰਕਰ ਜ਼ਰੂਰ ਹੁੰਦਾ। ਇਹ ਗੱਲ ਸੱਚੀ ਵੀ ਲੱਗਦੀ ਹੈ, ਕਿਉਂਕਿ ਪੁਰਾਣੀ ਪਾਰਟੀ ਹੈ, ਇੰਨੇ ਸਮੇਂ ਤੋਂ ਉਹਨਾਂ ਦਾ ਸਟਰਕਚਰ ਬਣਿਆ ਹੋਇਆ। ਇਸ ਵੇਲੇ ਉਹ ਵਾਕਿਆ ਕੁਝ ਮਾੜੀ ਹਾਲਾਤ ਦੇ ਵਿੱਚ ਨੇ, ਇਹ ਗੱਲ ਸਮਝਣ ਵਾਲੀ ਹੈ। ਪਰ ਨਵਜੋਤ ਸਿੰਘ ਸਿੱਧੂ ਦਾ ਰਸਤਾ ਅਜੇ ਕਲੀਅਰ ਨਹੀਂ। ਨਵਜੋਤ ਸਿੰਘ ਸਿੱਧੂ ਤੇ ਜੇ ਅਨੁਸ਼ਾਸਨੀ ਕਾਰਵਾਈ ਹੋ ਜਾਂਦੀ ਹੈ ਤੇ ਫਿਰ ਉਹ ਬਹੁਤ ਖੁੱਲ੍ਹ ਕੇ ਬੋਲਣਗੇ, ਇਸ ਵਿੱਚ ਸ਼ੱਕ ਕੋਈ ਨਹੀਂ ਹੈ। ਪਰ ਅਗਲਾ ਰਸਤਾ ਕਿਹੜਾ ਅਖਤਿਆਰ ਕਰਨਗੇ, ਇਹ ਬੜਾ ਇੰਟਰਸਟਿੰਗ ਹੋਵੇਗਾ। ਪ੍ਰਸ਼ਾਂਤ ਕਿਸ਼ੋਰ ਵਾਲਾ ਰਸਤਾ ਤੇ ਅਜੇ ਮੈਂ ਸਮਝਦਾ ਕਿ ਉਹ ਹਨੇਰਾ ਹੈ ਬਹੁਤ। ਉਸ ਵਿੱਚੋਂ ਕੋਈ ਦੂਰ ਤੱਕ ਵੀ ਜਿਵੇਂ ਕਿਸੇ ਨੂੰ ਕਿਹਾ ਜਾਵੇ ਕਿ ਤੂੰ ਭਾਈ ਤੁਰਿਆ ਚੱਲ, ਤੇ ਜਦੋਂ ਕਿਤੇ ਕੋਈ ਕਿਰਨ ਨਜ਼ਰ ਆਈ ਤੇ ਫਿਰ ਤੂੰ ਉੱਥੇ ਪਹੁੰਚ ਜਾਵੀਂ। ਅਜੇ ਕਿਰਨ ਵੀ ਨਹੀਂ ਨਜ਼ਰ ਆਉਂਦੀ, ਅਜੇ ਸਿਰਫ ਹਨੇਰਾ ਹੀ ਹਨੇਰਾ ਹੈ। ਹਾਂ, ਭਾਰਤੀ ਜਨਤਾ ਪਾਰਟੀ ਵਾਲਾ ਜਿਹੜਾ ਇੱਕ ਨਰਮ ਉਹਨਾਂ ਦੇ ਦਿਲ ਦੇ ਵਿੱਚ ਕੋਨਾ ਹੈ, ਉਹ ਐਕਸਪਲੋਰ ਹੋ ਸਕਦਾ ਹੈ, ਲੱਗਦਾ ਹੈ। ਪਰ ਫਿਰ ਗੱਲ ਪੰਜਾਬ ਦੀ ਆ ਜਾਂਦੀ ਹੈ ਕਿ ਪੰਜਾਬ ਦੇ ਮੁੱਦੇ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਹਿਣ ਵਾਲੇ ਕਰਨ ਵਾਲੇ ਨਵਜੋਤ ਸਿੰਘ ਜੋ ਹਿੱਕ ਥਾਪੜ ਕੇ ਕਹਿੰਦੇ ਕਿ ਪੰਜਾਬ ਦੇ ਨਾਂ ਤੇ ਅਸੀਂ ਕੋਈ ਸੌਦਾ ਨਹੀਂ ਹੋਵੇਗਾ ਕਦੇ ਵੀ, ਤੇ ਪੰਜਾਬ ਲਈ ਹਿੱਕ ਤਾਣ ਕੇ ਖੜਾਂਗੇ, ਤਾਂ ਫਿਰ ਭਾਰਤੀ ਜਨਤਾ ਪਾਰਟੀ ਦੇ ਨਾਲ ਉਹ ਕਿਵੇਂ ਜਾਣਗੇ, ਇਸ ਗੱਲ ਦਾ ਵੀ ਸਾਨੂੰ ਅੰਦਾਜ਼ਾ ਨਹੀਂ ਹੈ। ਨਵਜੋਤ ਸਿੰਘ ਸਿੱਧੂ ਇਸ ਵੇਲੇ ਚੁਰਸਤੇ ਤੇ ਖੜੇ ਨੇ। ਹਾਲਾਤ ਇਹ ਨੇ ਕਿ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਮੈਂ ਕਿੱਧਰ ਜਾਣਾ ਹੈ। ਤੇ ਹਾਂ, ਭਗਵੰਤ ਮਾਨ ਦੀ ਕਦੇ ਕਦੇ ਤਾਰੀਫ ਹੋ ਜਾਂਦੀ ਹੈ ਕਿ ਇਹ ਰਸਤਾ ਵੀ ਖੁੱਲ੍ਹਾ। ਇਹ ਵੀ ਬੜੀ ਇੰਟਰਸਟਿੰਗ ਕਹਾਣੀ ਹੈ। ਜੇ ਇੱਕੋ ਹੀ ਰਸਤਾ ਜੇ ਕੋਈ ਬੰਦ ਹੈ ਨਵਜੋਤ ਸਿੰਘ ਸਿੱਧੂ ਲਈ, ਤੇ ਉਹ ਅਕਾਲੀ ਦਲ ਵਾਲਾ, ਬਾਕੀ ਸਾਰੇ ਖੁੱਲ੍ਹੇ ਨੇ। ਜੀ, ਗਰਮੀ ਬੜੀ ਹੈ ਤੇ ਗੱਲ ਹੁਣ ਨਿੰਬੂਆਂ ਦੀ ਕਰ ਲਈਏ। ਨਿੰਬੂ ਮਹਿੰਗੇ ਹੋ ਗਏ ਨੇ ਤੇ ਘਪਲੇ ਤੇ ਘੁਟਾਲੇ ਵੀ ਨਿੰਬੂਆਂ ਦੇ ਨਾਲ ਜੁੜ ਗਏ ਨੇ। ਕਪੂਰਥਲਾ ਜੇਲ੍ਹ ਦੀ ਗੱਲ ਕਰੀਏ, ਉੱਥੇ ਕੈਦੀਆਂ ਦੇ ਨਾਂ ਤੇ ਨਿੰਬੂ ਆਏ ਨੇ। ਨਿੰਬੂ ਬਾਅਦ ਚ ਲੱਭਾ ਕੋਈ ਨਹੀਂ, ਕੈਦੀ ਕਹਿੰਦੇ ਸਾਨੂੰ ਮਿਲੇ ਨਹੀਂ, ਫਿਰ ਕੌਣ ਖਾ ਗਿਆ? ਬੜੀ ਇੰਟਰਸਟਿੰਗ ਜੀ ਗੱਲ ਹੈ, ਪਰ ਮੰਦਭਾਗੀ ਵੀ ਹੈ ਜੇ ਇਹ ਸੱਚੀ ਹੈ। ਪੰਜਾਬ ਸਰਕਾਰ ਦੇ ਹੁਕਮਾਂ ਤੇ ਕਾਰਵਾਈ ਹੋਈ, ਕਪੂਰਥਲੇ ਦੇ ਵਿੱਚ ਮਾਡਰਨ ਜੇਲ੍ਹ ਬਣੀ ਹੈ। ਇਹ ਮਾਡਰਨ ਜੇਲ੍ਹ ਦੇ ਵੀ ਆਪਣੇ ਕਿੱਸੇ ਨੇ। ਕਹਿੰਦੇ ਨੇ ਕਿ ਜਦੋਂ ਇਸ ਜੇਲ੍ਹ ਦਾ ਉਦਘਾਟਨ ਹੋਇਆ ਤੇ ਇੱਕ ਪੰਜਾਬ ਦੇ ਕਾਫੀ ਸਾਰੇ ਮੰਤਰੀ ਉੱਥੇ ਪਹੁੰਚੇ ਹੋਏ ਸੀ, ਤੇ ਇਸ ਦਾ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਸੀ ਉਹ ਇੱਕ ਮੰਤਰੀ ਨੂੰ ਕਹਿੰਦੇ ਨੇ ਕਿ ਇਹ ਤੇ ਇਸ ਤਰ੍ਹਾਂ ਦੀ ਜੇਲ੍ਹ ਲੱਗਦੀ ਹੈ, ਮਾਡਰਨ ਜੇਲ੍ਹ ਹੈ, ਕਿ ਇਹ ਤੇ ਸਾਡੇ ਤੁਹਾਡੇ ਰਹਿਣ ਵਾਲੀ ਜਗ੍ਹਾ ਜਾਪਦੀ ਹੈ, ਕੋਈ ਜੇਲ੍ਹ ਤਾਂ ਨਹੀਂ ਹੈ। ਤੇ ਕਹਿੰਦੇ ਉਹ ਥੋੜ੍ਹਾ ਸਮਾਂ ਨਹੀਂ ਪਿਆ ਤੇ ਇੱਕ ਮੰਤਰੀ ਜੀ ਜੇਲ੍ਹ ਵਿੱਚ ਉਹਨਾਂ ਦੇ ਪਹੁੰਚ ਗਏ ਸੀ ਉਸੇ 'ਚ। ਚਲੋ ਅੱਗੇ ਚੱਲਦੇ ਹਾਂ। ਮਾਡਰਨ ਜੇਲ੍ਹ ਜਿਹੜੀ ਹੈ ਇਹ ਕਪੂਰਥਲਾ ਸ਼ਹਿਰ ਤੋਂ ਥੋੜ੍ਹੀ ਜਿਹੀ ਹਟਵੀਂ ਹੈ। ਉੱਥੇ ਇੱਕ ਘਪਲਾ ਜਿਹੜਾ ਹੈ ਉਹ ਉਜਾਗਰ ਹੋਣ ਦੀ ਖਬਰ ਆਈ ਹੈ। ਘਪਲਾ ਬੜਾ ਹਲਕਾ ਜਿਹਾ ਹੈ, ਪਰ ਗੱਲ ਇਹ ਹੈ ਕਿ ਇਸ ਤੋਂ ਅੱਗੇ ਕੀ ਸੁਰੰਗਾਂ ਖੁੱਲ੍ਹਦੀਆਂ ਨੇ, ਇਹ ਹੁਣ ਪੁਲਿਸ ਨੇ ਐਕਸਪਲੋਰ ਕਰਨਾ ਹੈ ਤੇ ਜੋ ਜਾਂਚ ਏਜੰਸੀਆਂ ਇਸ ਵਿੱਚ ਲੱਗਣਗੀਆਂ। ਘਪਲਾ ਇਸ ਤਰ੍ਹਾਂ ਦਾ ਹੈ ਕਿ ਜੇਲ੍ਹ ਸੁਪਰਡੈਂਟ ਗੁਰਨਾਮ ਲਾਲ ਤੇ ਇਹ ਦੋਸ਼ ਹੈ ਕਿ ਉਹਨਾਂ ਨੇ 15 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ, ਜਦੋਂ ਬਾਜ਼ਾਰ ਦੇ ਵਿੱਚ ਨਿੰਬੂਆਂ ਦੀ ਕੀਮਤ 200 ਰੁਪਏ ਕਿਲੋ ਸੀ ਤੇ 20 ਰੁਪਏ ਦੇ 2 ਨਿੰਬੂ ਆਉਂਦੇ ਸੀ, ਉਹਨਾਂ ਦਿਨਾਂ ਵਿੱਚ 50 ਕਿਲੋ ਨਿੰਬੂ ਕੈਦੀਆਂ ਦੇ ਵਾਸਤੇ ਜੋ ਖਾਣਾ ਤਿਆਰ ਕੀਤਾ ਜਾਂਦਾ ਉਸ ਵਿੱਚ ਵਰਤਣ ਵਾਸਤੇ ਖਰੀਦੇ। ਹੁਣ ਜਿੱਥੇ ਤੱਕ ਨਿੰਬੂ ਦੀ ਮੈਨੂੰ ਜਾਣਕਾਰੀ ਹੈ, ਇੱਕ ਤਾਂ ਇਹ ਹੈ ਕਿ ਉਹ ਜੇਲ੍ਹ ਹੈ, ਉੱਥੇ ਕੋਈ ਸਵਾਦਲੇ ਖਾਣੇ ਵਾਲੀ ਤਾਂ ਗੱਲ ਨਹੀਂ ਹੁੰਦੀ। ਉਹ ਹਾਂ, ਡਾਈਟ ਸਹੀ ਹੋਣੀ ਚਾਹੀਦੀ ਆ। ਰੋਟੀਆਂ ਦੇ ਮਾਮਲੇ ਵਿੱਚ ਵੀ ਜਾਂਚ ਦੇ ਵਿੱਚ ਅਚਨਚੇਤੀ ਜੋ ਜਾਂਚ ਕੀਤੀ ਗਈ, ਪਾਇਆ ਗਿਆ ਕਿ ਰੋਟੀਆਂ ਵੀ 50 ਗ੍ਰਾਮ ਤੋਂ ਹਲਕੀਆਂ ਸੀ, ਜੋ ਕਾਨੂੰਨ ਮੁਤਾਬਕ 50 ਗ੍ਰਾਮ ਦੀ ਇੱਕ ਰੋਟੀ ਹੋਣੀ ਚਾਹੀਦੀ ਹੈ। ਆਟੇ ਦਾ ਘਪਲਾ ਵੀ ਹੋਇਆ ਹੋ ਸਕਦਾ ਹੈ। ਹੁਣ ਨਿੰਬੂਆਂ ਦੀ ਗੱਲ ਕਰਦੇ ਹਾਂ। ਜੇ ਨਿੰਬੂ ਵਾਕਿਆ ਹੀ ਇੰਨੇ ਮਹਿੰਗੇ ਸਨ ਤੇ ਕਿਉਂ ਖਰੀਦੇ ਗਏ? ਇਹ ਇੰਨੀ ਜ਼ਿਆਦਾ ਲੋੜ ਕਿਉਂ ਸੀ? ਕੀ ਸਲਾਦ ਦੇ ਉੱਤੇ ਨਿਚੋੜੇ ਗਏ? ਤੇ ਜੇ ਨਿਚੋੜੇ ਨਹੀਂ ਜਾਂ ਵੈਸੇ
ਉਹਨਾਂ ਨੂੰ ਕਿਸ ਕੰਮ ਲਈ ਵਰਤਿਆ ਜਾਣਾ ਸੀ, ਜਾਂ ਨਿੰਬੂ ਖਾਣ ਲਈ ਤੇ ਵਰਤਿਆ ਨਹੀਂ ਜਾਂਦਾ ਤੇ ਸ਼ਿਕੰਜਵੀ ਵਾਲਾ ਜੇ ਮੌਸਮ ਨਹੀਂ ਸੀ ਤੇ ਫਿਰ ਨਿੰਬੂ ਗਏ ਕਿੱਥੇ ਤੇ ਖਰੀਦੇ ਕਿਉਂ? ਇਹ ਸਾਰੀਆਂ ਗੱਲਾਂ ਦੇ ਜਵਾਬ ਹੁਣ ਜਾਂਚ ਤੋਂ ਬਾਅਦ ਸਾਹਮਣੇ ਆਉਣਗੇ। ਕੈਦੀਆਂ ਦਾ ਇਹ ਕਹਿਣਾ ਹੈ ਤੇ ਹੋਰ ਜੋ ਸ਼ਿਕਾਇਤਾਂ ਉੱਥੇ ਪਹੁੰਚੀਆਂ ਸੀ ਕਿ 50 ਕਿਲੋ ਨਿੰਬੂ ਜਿਹੜੇ ਨੇ 10,000 ਦੇ ਖਰੀਦੇ ਗਏ 200 ਰੁਪਏ ਕਿਲੋ ਦੇ ਹਿਸਾਬ ਨਾਲ, ਪਰ ਕਿਸੇ ਤੱਕ ਕੋਈ ਨਿੰਬੂ ਪਹੁੰਚਾ ਨਹੀਂ। ਇਸੇ ਤਰ੍ਹਾਂ ਹੋਰ ਸਬਜ਼ੀਆਂ ਦੇ ਮਾਮਲੇ 'ਚ ਵੀ ਸ਼ਿਕਾਇਤਾਂ ਆਈਆਂ ਨੇ ਕਿ ਬਹੁਤ ਘਟੀਆ ਕਿਸਮ ਦਾ ਖਾਣਾ ਜਿਹੜਾ ਕੈਦੀਆਂ ਨੂੰ ਦਿੱਤਾ ਜਾਂਦਾ ਹੈ ਤੇ ਜੋ ਜੇਲ੍ਹ ਮੈਨੂਅਲ ਹੈ ਜਿਹੜਾ ਉਸ ਦੇ ਉੱਪਰ ਸੁਪਰਡੈਂਟ ਸਾਹਿਬ ਦਾ ਕੋਈ ਕੰਟਰੋਲ ਨਹੀਂ ਹੈ ਤੇ ਉਹਨਾਂ ਦੇ ਜੇਲ੍ਹ ਮੈਨੂਅਲ ਦੇ ਵਿੱਚ ਬਹੁਤ ਸਾਰੀਆਂ ਬੇਨਿਯਮੀਆਂ ਪਾਈਆਂ ਗਈਆਂ ਨੇ। ਇਹ ਆਪਣੇ ਆਪ ਦੇ ਵਿੱਚ ਬੜੀ ਹਾਸੋਹੀਣੀ ਜੀ ਗੱਲ ਹੈ ਕਿ ਇਸ ਤਰ੍ਹਾਂ ਦੇ ਘਪਲੇ ਵੀ ਛੋਟੇ ਛੋਟੇ ਹੋ ਜਾਂਦੇ ਨੇ, ਪਰ ਇਹ ਛੋਟੇ ਨਹੀਂ, ਇਹਨਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ। ਜੇ ਇਹ ਵਾਕਿਆ ਸੱਚ ਹੈ ਤੇ ਸਾਡੇ ਲਈ ਸ਼ਰਮ ਵਾਲੀ ਗੱਲ ਹੈ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੈ। ਜਲਦ ਹਾਜ਼ਰ ਹੋਣੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਕਰਦੇ ਹਾਂ ਹੁਣ ਸ਼੍ਰੋਮਣੀ ਕਮੇਟੀ ਦੀ। ਅਸੀਂ ਪਿਛਲੇ ਕਈ ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ ਸ਼੍ਰੋਮਣੀ ਕਮੇਟੀ ਦੀ, ਕਈ ਮੁੱਦਿਆਂ ਤੇ ਗੱਲ ਕਰ ਰਹੇ ਹਾਂ। ਸਵਾਲ ਮੇਰਾ ਅੱਜ ਇਹ ਹੈ ਕਿ ਸ਼੍ਰੋਮਣੀ ਕਮੇਟੀ ਲਗਾਤਾਰ ਖਬਰਾਂ 'ਚ ਕਿਉਂ ਆ ਇਹਨਾਂ ਦਿਨਾਂ 'ਚ? ਸ਼੍ਰੋਮਣੀ ਕਮੇਟੀ ਲਗਾਤਾਰ ਖਬਰਾਂ ਇਸ ਕਾਰਨ ਕਰਕੇ ਹੈ ਕਿ ਮੈਂ ਤਾਂ ਇਹ ਸਮਝਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਸਰਪ੍ਰਸਤ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਤੇ ਉਹਨਾਂ ਦੇ ਹੋਰ ਸਾਥੀ ਜਿਹੜੇ ਨੇ ਮੈਂਬਰਾਨ ਨੇ ਜਿਹੜੇ ਸੱਤਾ 'ਚੋਂ ਬੁਰੀ ਤਰ੍ਹਾਂ ਬਾਹਰ ਹੋਏ ਨੇ ਜੀ, ਖੁਦ ਵੀ ਹਾਰ ਕੇ ਵਿਹਲਿਆਂ ਵਰਗੇ ਨੇ, ਉਹ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਸ ਜਿਹੜਾ ਹੈ ਉਹ ਲੋਕਾਂ ਦੀ ਨਜ਼ਰਾਂ ਵਿੱਚ ਉਹਦੇ ਕੰਮਕਾਜ ਦਾ ਅਕਸ ਉਹ ਸੁਧਾਰਿਆ ਜਾਵੇ। ਪ੍ਰਕਾਸ਼ ਸਿੰਘ ਬਾਦਲ ਕਹਿ ਵੀ ਚੁੱਕੇ ਨੇ ਕਿ ਦੇਖਿਓ ਕਿਤੇ ਇੱਧਰੋਂ ਤਾਂ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ, ਕਿਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਇਹੋ ਜਿਹਾ ਕੰਮ ਨਾ ਹੋਵੇ ਕਿ ਉੱਧਰ ਵੀ ਸਾਨੂੰ ਵੋਟਾਂ ਨਾ ਪਾਓ। ਅਜੇ ਤੱਕ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਾਰੇ ਭੰਬਲ ਭੂਸਾ ਲੰਬਾ ਸਮਾਂ ਹੋ ਗਿਆ, ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨਹੀਂ ਪਈਆਂ। ਕਈ ਧਿਰਾਂ ਕੋਸ਼ਿਸ਼ ਕਰ ਰਹੀਆਂ ਨੇ ਕਰਵਾਉਣ ਦੀ, ਦਬਾਅ ਪਾ ਕੇ ਕਿ ਇਹ ਛੇਤੀ ਕਰਵਾਈਆਂ ਜਾਣ ਤੇ ਸਿੱਖਾਂ ਦੀ ਸਹੀ ਨੁਮਾਇੰਦਗੀ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਮੈਂਬਰਾਂ ਵਜੋਂ ਹੋ ਸਕੇ। ਕਈ ਮੁੱਦੇ ਆਏ ਨੇ, ਸਭ ਤੋਂ ਵੱਡਾ ਮੁੱਦਾ ਜਿਹੜਾ ਭਖਿਆ ਉਹ ਸੀ ਗੁਰਬਾਣੀ ਪ੍ਰਸਾਰਣ ਦਾ ਮਸਲਾ। ਇੱਕ ਚੈਨਲ ਨੂੰ ਲੈ ਕੇ ਰੌਲਾ ਰੱਪਾ ਹੈ, ਪੰਜਾਬ ਸਰਕਾਰ ਵੀ ਸ਼ਾਮਲ ਹੋ ਗਏ, ਵਿਦੇਸ਼ੀ ਸਿੱਖ ਵੀ ਸ਼ਾਮਲ ਹੋ ਗਏ, ਆਮ ਲੋਕ ਵੀ, ਮੀਡੀਆ ਵੀ ਸ਼ਾਮਲ ਹੋ ਗਿਆ ਕਿ ਅਸੀਂ ਚਲਾ ਕੇ ਦਿਖਾਉਂਦੇ ਹਾਂ ਚੈਨਲ। ਤੇ ਤੁਸੀਂ ਕਿਹੜੀ ਗੱਲ ਕਰਦੇ ਹੋ? ਤੁਸੀਂ ਭਾਰਤ ਸਰਕਾਰ ਤੋਂ ਪਰਮਿਸ਼ਨ ਲੈਣ ਲਈ ਜਿਹੜੀ ਚਿੱਠੀ ਪਾਈ ਹੈ ਉਹ ਤੇ ਪਤਾ ਨਹੀਂ ਕਦੋਂ ਰਿਜ਼ਲਟ ਆਉਣਾ, ਜਾਂ ਨਹੀਂ ਵੀ ਪਾਈ ਵੀ ਹੈ ਕਿ ਨਹੀਂ ਪਾਈ ਉਹ ਵੀ ਪਤਾ ਨਹੀਂ। ਪਰ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਆਦੇਸ਼ ਜਾਰੀ ਹੋਇਆ ਸੀ ਕਿ ਜਲਦ ਤੋਂ ਜਲਦ ਆਪਣਾ ਚੈਨਲ ਸ਼ੁਰੂ ਕੀਤਾ ਜਾਵੇ, ਉਸ ਆਦੇਸ਼ ਤੇ ਅਜੇ ਫੁੱਲ ਚੜ੍ਹਦੇ ਨਜ਼ਰ ਨਹੀਂ ਆ ਰਹੇ। ਉਹਦੇ ਲਈ ਸਾਨੂੰ ਇੰਤਜ਼ਾਰ ਕਰਨਾ ਪਏਗਾ। ਇਹ ਕਿੰਨਾ ਇਹ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਹੀ ਸਾਨੂੰ ਦੱਸਣਗੇ। ਅੱਗੇ ਚੱਲਦੇ ਹਾਂ। 21 ਐਪਸ ਤੇ ਪਾਬੰਦੀ ਲਾਈ, ਪਾਬੰਦੀ ਨਹੀਂ ਬਲਕਿ ਉਹਨਾਂ ਤੇ ਕਾਰਵਾਈ ਜਿਹੜੀ ਹੈ ਉਹ ਹੋ ਸਕਦੀ ਹੈ ਜੇ ਉਹ ਆਪਣਾ ਚਾਲ ਚੱਲਣ ਠੀਕ ਨਹੀਂ ਕਰਦੇ, ਕਿ ਗੁਰਬਾਣੀ ਦੇ ਸ਼ਬਦ ਜੋੜ ਅੱਖਰਾਂ ਦਾ ਜਿਹੜਾ ਹੈ ਉਹ ਜਾਂ ਹੋਰ ਗ੍ਰਾਮੈਟੀਕਲ ਜਾਂ ਕੁਝ ਵੀ ਮਿਸਟੇਕਸ ਜਿਹੜੀਆਂ ਨੇ ਗੁਰਬਾਣੀ ਲਿਖਣ ਛਾਪਣ ਦੇ ਵਿੱਚ, ਡਿਜੀਟਲ ਮੀਡੀਆ ਵਾਲੇ। ਇਸ ਤੋਂ ਅੱਗੇ ਇੱਕ ਕੁਝ ਵਪਾਰਿਕ ਹਿੱਤਾਂ ਲਈ ਗੁਰਬਾਣੀ ਨੂੰ ਵੇਚਣ ਦਾ ਇੱਕ ਦੇਵਦਰਸ਼ਨ ਧੂਫ ਹੈ, ਉਹ ਚੰਡੀਗੜ੍ਹ ਦੇ ਲਾਗੇ ਬਣਦੀ ਹੈ ਤੇ ਉਹਨਾਂ ਨੂੰ ਨੋਟਿਸ ਗਿਆ ਕਿ ਤੁਸੀਂ ਆਪਣੇ ਪੈਕੇਜ ਦੇ ਵਿੱਚ ਜਿਸ ਵਿੱਚ ਧੂਫ ਜਾਂਦੀ ਹੈ ਉਸ ਵਿੱਚ ਇੱਕ ਗੁਟਕਾ ਸਾਹਿਬ ਰੱਖ ਕੇ ਤੇ ਉਹਦੇ ਨਾਲ ਉੱਤੇ ਆਪਣਾ ਨਾਮ ਲਿਖ ਕੇ ਤੇ ਫਿਰ ਆਪਣਾ ਪ੍ਰੋਡਕਟ ਵੇਚ ਦਿਓ। ਗਾਹਕਾਂ ਨੂੰ ਧੂਫ ਦੇ ਨਾਲ ਗੁਟਕਾ ਸਾਹਿਬ ਦਿੱਤਾ ਜਾਂਦਾ ਹੈ ਜੋ ਇੱਕ ਵਪਾਰਕ ਹਿੱਤਾਂ ਦੀ ਜਿਹੜਾ ਅਰਜ਼ਮਾਨੀ ਕਰਦਾ। ਇਹ ਪਹਿਲੀ ਵਾਰੀ ਨਹੀਂ ਹੈ, ਮੈਂ ਤੁਹਾਨੂੰ ਦੱਸ ਸਕਦਾ। ਭਾਰਤ ਦੀਆਂ ਮੰਨੀਆਂ ਪ੍ਰਮੰਨੀਆਂ ਤੇਲ ਕੰਪਨੀਆਂ ਜੋ ਪੈਟਰੋਲ ਪੰਪ ਜਿਹਨਾਂ ਦੇ ਲੱਗੇ ਹੋਏ ਨੇ ਉਹਨਾਂ ਵੱਲੋਂ ਮੈਂ ਖੁਦ ਦੇਖੇ ਹੋਏ ਨੇ ਇਸ ਤਰ੍ਹਾਂ ਦੇ। ਇਸੇ ਤਰ੍ਹਾਂ ਭਾਰਤ ਦੀ ਇੱਕ ਟਰੈਕਟਰ ਕੰਪਨੀ ਵੱਲੋਂ ਇੱਕ ਪੂਜਾ ਦੀ ਕਿੱਟ ਬਣਾ ਕੇ ਉਸ ਵਿੱਚ ਕਈ ਕਿਸਮ ਦਾ ਸਮਾਨ ਰੱਖ ਕੇ ਉਸ ਵਿੱਚ ਗੁਟਕਾ ਸਾਹਿਬ ਰੱਖ ਕੇ ਉੱਪਰ ਆਪਣੀ ਮੋਹਰ ਲਾ ਕੇ ਜਿਹੜਾ ਸੀ ਉਹ ਗਾਹਕਾਂ ਨੂੰ, ਟਰੈਕਟਰ ਖਰੀਦਣ ਵਾਲਿਆਂ ਨੂੰ ਦਿੱਤਾ ਜਾਂਦਾ ਸੀ। ਇਹ ਖੁਦ ਦੇਖੇ ਹੋਏ ਨੇ ਉਹ। ਹੁਣ ਗੱਲ ਹੈ ਕਿ ਇਹਨਾਂ ਤੇ ਹੁਣ ਕਾਰਵਾਈ ਹੋਈ ਹੈ, ਇੰਨੀ ਲੇਟ ਕਿਉਂ? ਇਸ ਦਾ ਜਵਾਬ ਤੇ ਫਿਰ ਉਹੀ ਗੱਲ ਹੈ ਕਿ ਚਲੋ ਹੋ ਗਈ ਹੈ, ਹੁਣ ਦਿਓ ਭਾਈ। ਉਹ ਤੇ ਅਜੇ ਕਾਰਵਾਈ ਮੁਕੰਮਲ ਨਹੀਂ ਹੋਣੀ ਕਿਉਂਕਿ ਸਮਾਂ ਲੱਗੇਗਾ, ਹੌਲੀ ਹੌਲੀ ਕੋਈ ਗਾਈਡਲਾਈਨਸ ਬਣਨਗੀਆਂ ਤੇ ਫਿਰ ਪਤਾ ਲੱਗੇਗਾ ਕਿ ਕੌਣ ਕੌਣ ਇਸ ਤਰ੍ਹਾਂ ਦੀ ਉਲੰਘਣਾ ਕਰ ਰਿਹਾ। ਅਗਲੀ ਗੱਲ, ਹੁਣ ਜਿਹੜਾ ਇੱਕ ਮੁੱਦਾ ਉੱਠਿਆ ਉਹ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤੰਤੀ ਸਾਜ਼ਾਂ ਨੂੰ ਦੁਬਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਜਿਹੜਾ ਹੈ ਉਹਨਾਂ ਨੂੰ ਉਭਾਰੇ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਉਸ ਗੱਦੀ ਤੋਂ ਕੀਰਤਨ ਜੋ ਹੁੰਦਾ ਹੈ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਦੇ ਕੀਰਤਨ ਬੈਠ ਕੇ ਕਰਿਆ ਕਰਦੇ ਸਨ, ਉੱਥੋਂ ਕੀਰਤਨ ਜਿਹੜਾ ਹੈ ਉਹ ਸਿਰਫ ਤੰਤੀ ਸਾਜ਼ਾਂ ਦੇ ਨਾਲ ਹੋਵੇ। ਤੰਤੀ ਸਾਜ਼ ਸਾਡੇ ਪੁਰਾਣੇ ਨੇ। ਹੁਣ ਇਸ ਵਿੱਚ ਕਿਹੜੇ ਕਿਹੜੇ ਸਾਜ਼ ਆਉਂਦੇ ਨੇ? ਉਹ ਤੌਂਸ, ਰਬਾਬ, ਸਰੰਦਾ, ਜੋੜੀ, ਦਿਲਰਬਾ, ਤਾਨਪੁਰਾ, ਸਰੰਗੀ, ਇਸਰਾਜ, ਤਬਲਾ, ਪਖਾਵਜ, ਸੁਰਮੰਡਲ ਤੇ ਸਿਤਾਰ। ਹੋਰ ਵੀ ਹੋਣਗੇ। ਸਮੇਂ-ਸਮੇਂ ਤੇ ਬਦਲਾਅ ਆਉਂਦਾ ਗਿਆ। ਜੋ ਸ਼ੁਰੂਆਤ ਹੁੰਦੀ ਹੈ ਰਬਾਬ ਦੀ, ਜੋ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ, ਜਿੱਥੋਂ ਇਤਿਹਾਸ ਸ਼ੁਰੂ ਹੁੰਦਾ ਹੈ, ਸਾਰਿਆਂ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਆਖਿਆ ਕਰਦੇ ਸਨ, ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ। ਤੇ ਗੁਰੂ ਨਾਨਕ ਸਾਹਿਬ ਜਦੋਂ ਉਹ ਰਬਾਬ ਜਿਹੜਾ ਪਹਿਲਾਂ ਦੱਸਿਆ ਜਾਂਦਾ ਹੈ ਇਤਿਹਾਸ ਮੁਤਾਬਕ ਕਿ ਜਿਹੜਾ ਰਬਾਬ ਪਹਿਲਾਂ ਭਾਈ ਮਰਦਾਨਾ ਜੀ ਵਰਤਦੇ ਸਨ, ਉਹ ਗੁਰੂ ਨਾਨਕ ਸਾਹਿਬ ਨੂੰ ਪਸੰਦ ਨਾ ਆਇਆ ਤੇ ਉਹਨੇ ਕਿਹਾ ਕਿ ਠੀਕ ਨਹੀਂ ਹੈ, ਤੇ ਤੁਸੀਂ ਹੁਣ ਫਲਾਣੇ ਕਪੂਰਥਲੇ ਦੇ ਲਾਗੇ, ਸੁਲਤਾਨਪੁਰ ਦੇ ਲਾਗੇ ਇੱਕ ਪਿੰਡ ਹੈ, ਉੱਥੇ ਜਾ ਕੇ ਫਲਾਣੇ ਵਿਅਕਤੀ ਕੋਲੋਂ ਇੱਕ ਰਬਾਬ ਲੈ ਕੇ ਆਓ ਹੋਰ। ਤੇ ਉਹ ਇਤਿਹਾਸ ਹੈ। ਉਸ ਤੋਂ ਬਾਅਦ ਉਹ ਨਵਾਂ ਰਬਾਬ ਆਉਂਦਾ, ਉਹ ਸਾਰੀਆਂ ਗੱਲਾਂ ਨੇ। ਫਿਰ ਹੌਲੀ-ਹੌਲੀ ਜਿਵੇਂ ਇਤਿਹਾਸ ਅੱਗੇ ਵੱਧਦਾ ਜਾਂਦਾ ਹੈ, ਹੋਰ ਗੁਰੂ ਸਾਹਿਬਾਨ ਆਉਂਦੇ ਜਾਂਦੇ ਨੇ, ਫਿਰ ਹੋਰ ਸਾਜ਼ ਜਿਹੜੇ ਨੇ ਸਮੇਂ ਦੇ ਨਾਲ ਜੁੜਦੇ ਜਾਂਦੇ ਨੇ। ਹੁਣ ਇਸ ਤੰਤੀ ਸਾਜ਼ਾਂ ਦਾ ਜਿਹੜਾ ਇੱਕ ਆਵਾਜ਼ ਜਿਹੜੀ ਉੱਠੀ ਹੈ, ਪਿਛਲੇ 20 ਕੁ ਸਾਲ ਤੋਂ ਮਾੜੀ ਆਵਾਜ਼ ਉੱਠਣੀ ਸ਼ੁਰੂ ਹੋਈ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤੰਤੀ ਸਾਜ਼ ਸਾਡੇ ਇਤਿਹਾਸ ਨਾਲ ਜੁੜੇ ਹੋਏ ਨੇ, ਪਰ ਕੁਝ ਨਵੇਂ ਸਾਜ਼ ਆ ਗਏ। ਉਹ ਕਿਉਂ ਆਏ ਤੇ ਕਿਵੇਂ ਆਏ, ਇਹਦੀ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰ ਦੇਵਾਂ, ਜਿੰਨੀ ਕੁ ਮੈਨੂੰ ਜਾਣਕਾਰੀ ਹੈ। 1947 ਤੋਂ ਬਾਅਦ ਤੰਤੀ ਸਾਜ਼ ਬਣਾਉਣ ਵਾਲੇ ਬਹੁਤੇ ਮੁਸਲਮਾਨ ਕਾਰੀਗਰ ਪਾਕਿਸਤਾਨ ਵਗੈਰਾ ਚਲੇ ਗਏ ਤੇ ਡਿਮਾਂਡ ਜਿਹੜੀ ਸੀ ਇੱਕਦਮ ਡਾਊਨ ਆ ਗਈ, ਕਿਉਂਕਿ ਉੱਥੇ ਫਿਰ ਉਹਨਾਂ ਦਾ ਖਰੀਦਦਾਰ ਕੋਈ ਨਹੀਂ ਸੀ। ਫਿਰ ਨਵੇਂ ਸਾਜ਼ ਹਾਰਮੋਨੀਅਮ, ਜਿਸ ਨਾਲ ਅੱਜ ਕੱਲ੍ਹ ਜ਼ਿਆਦਾ ਕੀਰਤਨੀ ਜਥੇ ਜਿਹੜੇ ਨੇ ਉਹ ਕੀਰਤਨ ਕਰਦੇ ਨੇ। ਹਾਰਮੋਨੀਅਮ ਸਾਡਾ ਸਾਜ਼ ਨਹੀਂ ਹੈ, ਇਹ ਵੈਸਟਰਨ ਸਾਜ਼ ਹੈ। ਹਾਰਮੋਨੀਅਮ ਨਾਮ ਵੀ ਉਹਦਾ ਪੰਜਾਬੀ ਵਿੱਚ ਅਸੀਂ ਰੱਖਿਆ ਨਹੀਂ ਅਜੇ ਤੱਕ। ਉਹਨੂੰ 19ਵੀਂ ਸਦੀ ਦੇ ਵਿੱਚ ਬਾਹਰ ਇਜਾਦ ਕੀਤਾ ਗਿਆ। ਹੌਲੀ-ਹੌਲੀ ਸਾਡੇ ਭਾਰਤੀ ਕਲਾਸੀਕਲ ਸੰਗੀਤ ਦਾ ਹਿੱਸਾ ਬਣ ਗਿਆ। ਸੁਰਾਂ ਵਗੈਰਾ ਨੂੰ ਸਾਰਾ ਕੁਝ ਉਸ ਨਾਲ ਮਿਲ ਜੋੜ ਲਿਆ ਗਿਆ, ਸਾਰੇ ਉਸ ਨੂੰ ਵਰਤਣ ਲੱਗ ਪਏ। ਹਾਰਮੋਨੀਅਮ ਅੱਜ ਵਿਆਪਕ ਤੌਰ ਤੇ ਭਾਰਤ ਤੇ ਪਾਕਿਸਤਾਨ ਵਿੱਚ ਵਰਤਿਆ ਜਾਣ ਵਾਲਾ ਸਾਜ਼ ਹੈ ਤੇ ਕੀਰਤਨ ਵੀ ਇਸੇ ਤਰ੍ਹਾਂ ਹੋਣ ਲੱਗ ਪਿਆ। ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਜਿਹੜਾ ਕੰਪਲੈਕਸ ਤੋਂ ਕੀਰਤਨ ਆਉਂਦਾ ਹੈ, ਉਹ ਸਾਰਾ ਇਸੇ ਸਾਜ਼ ਦੇ ਉੱਪਰ ਹੋਣ ਲੱਗ ਪਿਆ। ਕਿਤੇ ਕੋਈ ਜਥਾ ਤੰਤੀ ਸਾਜ਼ ਦੇ ਵਿੱਚ ਕੀਰਤਨ ਕਰਦਾ ਹੋਇਆ ਤੁਸੀਂ ਅੱਜ ਵੇਖ ਸਕਦੇ ਹੋ। ਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਆਉਣ ਵਾਲੇ 2-3 ਸਾਲਾਂ ਦੇ ਵਿੱਚ ਕੰਪਲੀਟ ਤੌਰ ਤੇ ਹਾਰਮੋਨੀਅਮ ਨੂੰ ਇਸ ਤੋਂ ਕੱਢ ਕੇ ਤੰਤੀ ਸਾਜ਼ਾਂ ਤੇ ਹੀ ਮੁਕੰਮਲ ਕੀਰਤਨ ਕਰਵਾਇਆ ਜਾਵੇ ਜੀ। ਹੁਣ ਇੱਥੇ ਥੋੜੀ ਜਿਹੀ ਸੋਚ ਵਿਚਾਰ ਸ਼ੁਰੂ ਹੁੰਦੀ ਹੈ, ਵਿਵਾਦ ਨਹੀਂ ਮੈਂ ਕਹਾਂਗਾ, ਸੋਚ ਵਿਚਾਰ ਹੈ। ਇੱਕ ਤਾਂ ਇਹ ਕਿ ਕੀ ਹਾਰਮੋਨੀਅਮ ਨੂੰ ਕੱਢਣਾ ਜਾਇਜ਼ ਹੈ? ਠੀਕ ਹੈ, ਤੰਤੀ ਸਾਜ਼ਾਂ ਨੂੰ ਅੱਗੇ ਲਿਆਓ। ਜਿਵੇਂ ਗੁਰੂ ਸਾਹਿਬ ਦੇ ਸਮੇਂ ਤੋਂ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ 10ਵੇਂ ਪਾਤਸ਼ਾਹ ਤੱਕ ਸਾਜ਼ਾਂ ਦਾ ਜਿਹੜਾ ਰੰਗ ਰੂਪ ਬਦਲਦਾ ਗਿਆ, ਨਵੇਂ ਸਾਜ਼ ਆਉਂਦੇ ਗਏ। ਕਿ ਜੋ ਸਿੱਖਾਂ ਨੂੰ ਹੁਕਮ ਨਹੀਂ ਹੈ ਕਿ ਕੋਈ ਇਸ ਤਰ੍ਹਾਂ ਦੀ ਗੱਲ, ਕੋਈ ਇਸ ਤਰ੍ਹਾਂ ਦਾ ਹੁਕਮ ਹੈ ਕਿ ਜਿੱਥੇ ਉਹਨਾਂ ਨੂੰ ਕਿਹਾ ਗਿਆ ਕੋਈ ਹੋਰ ਸਾਜ਼ ਤੁਸੀਂ ਇੰਟਰੋਡਿਊਸ ਨਹੀਂ ਕਰਨਾ, ਫਿਰ ਹਾਰਮੋਨੀਅਮ ਨੂੰ ਉਸੇ ਲੜੀ ਵਿੱਚ ਜੋੜ ਕੇ ਰੱਖਿਆ ਜਾਵੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੈ। ਸਾਰੀ ਦੁਨੀਆ ਵਿੱਚ ਵਰਤਿਆ ਜਾਣ ਵਾਲਾ, ਕਿੱਥੇ ਰੋਕੋਗੇ ਤੁਸੀਂ? ਤੇ ਫਿਰ ਜੇ ਤੰਤੀ ਸਾਜ਼ਾਂ ਨੂੰ ਉਭਾਰੋ, ਉਹਨਾਂ ਨੂੰ ਲਿਆਓ, ਪਰ ਹਾਰਮੋਨੀਅਮ ਨੂੰ ਵੀ ਨਾਲ ਰੱਖਿਆ ਜਾਵੇ ਤਾਂ ਜ਼ਿਆਦਾ ਬਿਹਤਰ ਹੋਵੇਗਾ। ਦੂਸਰੀ ਗੱਲ, ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੀ ਇਹ ਦੱਸ ਸਕਦੇ ਨੇ ਕਿ ਅੱਜ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਤੰਤੀ ਸਾਜ਼ ਬਣਾਉਣ ਵਾਸਤੇ ਜਾਂ ਤੰਤੀ ਸਾਜ਼ ਵਜਾਉਣ ਵਾਸਤੇ ਟ੍ਰੇਨਿੰਗ ਕੋਈ ਦਿੱਤੀ ਜਾਂਦੀ ਹੈ? ਕਿਤੇ ਕੋਈ ਅਕੈਡਮੀ ਹੈ? ਬਹੁਤ ਘੱਟ ਹੈ। ਮੈਂ ਜਾਣਕਾਰੀ ਜਿੰਨੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਇੱਕ ਗੁਰਮਤਿ ਸੰਗੀਤ ਦਾ ਕੋਰਸ ਹੈ। ਵਿਦੇਸ਼ਾਂ ਵਿੱਚ ਕੁਝ ਇਹੋ ਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਤੰਤੀ ਸਾਜ਼ਾਂ ਤੇ ਕੀਰਤਨ ਕਰਨੀਆਂ ਸਿਖਾਉਂਦੀਆਂ ਵੀ ਨੇ, ਤੰਤੀ ਸਾਜ਼ ਬਣਾਉਂਦੇ ਵੀ ਨੇ ਤੇ ਉਹਨਾਂ ਨੂੰ ਦਿੰਦੇ ਨੇ ਕਿ ਆਹ ਲਓ ਭਾਈ ਕੀਰਤਨ ਕਰੋ। ਤੇ ਕੀ ਹੁਣ ਇਹ ਜਦੋਂ ਕੋਈ ਹੁਕਮ ਚਾੜ ਦਿੱਤਾ ਜਾਂਦਾ ਹੈ ਤੇ ਉਸ ਤੇ ਤੁਸੀਂ ਇਸ ਤਰ੍ਹਾਂ ਸਮਝ ਲੈਂਦੇ ਹੋ ਕਿ ਅਮਲ ਹੁਣ ਹੋ ਜਾਵੇਗਾ ਤੇ ਪਤਾ ਨਹੀਂ ਕਿੱਥੋਂ ਸਾਜ਼ ਬਣ ਕੇ ਆ ਜਾਣੇ ਨੇ ਤੇ ਇਸ ਨੂੰ ਵਜਾਉਣ ਵਾਲੇ ਤੇ ਗਾਉਣ ਵਾਲੇ ਇੱਕਦਮ ਆ ਜਾਣੇ ਨੇ? ਸਿੰਘ ਸਾਹਿਬ ਇਹ ਕਹਿ ਰਹੇ ਨੇ ਕਿ ਰਾਗਾਂ ਤੇ ਆਧਾਰਿਤ ਕੀਰਤਨ ਹੋਣਾ ਚਾਹੀਦਾ। ਸਾਡੇ ਪਦਮ ਸ੍ਰੀ ਭਾਈ ਨਿਰਮਲ ਸਿੰਘ, ਕਰੋਨਾ ਨਾਲ ਉਹਨਾਂ ਦੀ ਮੌਤ ਹੋਈ ਹੈ, ਸਾਰਿਆਂ ਨੂੰ ਪਤਾ ਹੈ। ਪਦਮ ਸ੍ਰੀ ਸਨ, ਕਲਾਸੀਕਲ ਸੰਗੀਤ ਦੇ ਗਿਆਤਾ ਸਨ, ਹੋਰ ਵੀ ਬਹੁਤ ਸਾਰੇ ਕੀਰਤਨੀ ਜਥੇ ਨੇ। ਤੇ ਉਹ ਇੱਕ ਜਗ੍ਹਾ ਕਹਿੰਦੇ ਨੇ ਕਿ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਸਿਫਾਰਸ਼ੀ ਜਥੇ ਜਿਹੜੇ ਨੇ ਸ਼੍ਰੋਮਣੀ ਕਮੇਟੀ ਕੀਰਤਨ ਕਰਨ ਵਾਲੇ ਰੱਖਦੀ ਹੈ। ਹੁਣ ਇਹ ਵੀ ਗੱਲ ਦੱਸੀ ਜਾਂਦੀ ਹੈ ਕਿ ਅਸਲ ਵਿੱਚ ਕੀਰਤਨ ਕਰਨ ਵਾਸਤੇ 13 ਤੋਂ 15 ਜਥਿਆਂ ਦੀ ਲੋੜ ਹੁੰਦੀ ਹੈ, ਜਦਕਿ 100 ਤੋਂ ਉੱਪਰ ਹਜ਼ੂਰੀ ਰਾਗੀ ਨੇ ਇਸ ਵੇਲੇ। ਉਹ ਕਿਸ ਨੇ ਰਖਵਾਏ, ਕਿਵੇਂ ਰਖਵਾਏ? ਤੇ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸਾਹਿਬ, ਜਦੋਂ ਉਹਨਾਂ ਨੇ ਪਿਛਲੇ ਸਾਲ ਆਵਾਜ਼ ਉਠਾਈ ਸੀ ਕਿ ਜਿਹੜੇ ਰਾਗੀ ਜਿੱਥੇ ਸਹੀ ਰਾਗਾਂ ਦੇ ਵਿੱਚ ਸਮੇਂ ਦੇ ਹਿਸਾਬ ਨਾਲ ਕੀਰਤਨ ਨਹੀਂ ਸਨ ਕਰਦੇ ਤੇ ਉਹਨਾਂ ਨੂੰ ਟੋਕਦੇ ਸਨ, ਤੇ ਸਾਰੇ ਰਾਗੀ ਸਿੰਘ ਉੱਠ ਖਲੋਏ ਸਨ ਕਿ ਇਹਨਾਂ ਨੂੰ ਰੋਕੋ, ਇਹ ਸਾਨੂੰ ਇਸ ਤਰ੍ਹਾਂ ਬੇਇੱਜ਼ਤੀ ਕਰਦੇ ਨੇ।
ਇਹ ਸਾਰੀਆਂ ਗੱਲਾਂ ਨੂੰ ਸਮਝਦੇ ਹੋਏ ਤਕਨੀਕੀ ਪੱਧਰ ਤੇ ਬਹੁਤ ਪਰਪੱਕ ਹੋਣਾ ਪਏਗਾ। ਰਾਗਾਂ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਪਛੜ ਗਏ ਹਾਂ ਅਸੀਂ, ਤੇ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਉਪਰਾਲਾ ਕਰਨਾ ਪਏਗਾ, ਪਹਿਲਾਂ ਇਲਾਜ ਦੱਸਣਾ ਪਏਗਾ ਕਿ ਇਹਦੇ ਵਾਸਤੇ ਤੰਤੀ ਸਾਜ਼ਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਤੇ ਰਾਗਾਂ ਵਿੱਚ ਕੀਰਤਨ ਨੂੰ ਅੱਗੇ ਲਿਆਉਣ ਵਾਸਤੇ ਅਸੀਂ ਆ ਸੰਸਥਾਵਾਂ ਜਾਂ ਆ ਇੰਸਟੀਚਿਊਟ ਬਣਾ ਲਏ ਨੇ ਭਾਈ, ਇੱਥੋਂ ਸਿਖਲਾਈ ਪ੍ਰਾਪਤ ਜਾਂ ਸਰਟੀਫਿਕੇਟ ਪ੍ਰਾਪਤ ਜਿਹੜਾ ਵਿਅਕਤੀ ਹੋਵੇਗਾ ਉਹਨੂੰ ਅਸੀਂ ਮਾਨਤਾ ਦੇਵਾਂਗੇ ਜੀ। ਇਹ ਸਾਡੇ ਕੋਲ ਇੰਨੀ ਮਾਹਰਤਾ ਹੋਣੀ ਚਾਹੀਦੀ ਹੈ, ਪਰ ਅਸੀਂ ਪਛੜੇ ਹੋਏ ਹਾਂ। ਅਜੇ ਸਿਰਫ ਹੁਕਮ ਜਾਰੀ ਹੋ ਰਹੇ ਨੇ, ਗੁਰਬਾਣੀ ਪ੍ਰਸਾਰਨ ਦਾ ਲਾ ਲਓ, ਐਪਲੀਕੇਸ਼ਨ ਦਾ ਲਾ ਲਓ, ਤੇ ਇਸੇ ਲੜੀ ਦੇ ਵਿੱਚ ਤੰਤੀ ਸਾਜ਼ਾਂ ਵਾਲਾ ਜਾਂ ਰਾਗਾਂ ਤੇ ਆਧਾਰਿਤ ਕੀਰਤਨ ਦਾ ਹੋਵੇ। ਮੈਂ ਇਸ ਨੂੰ ਕੋਈ ਬਹੁਤੀ ਕੋਈ ਦੂਰਅੰਦੇਸ਼ੀ ਵਾਲੇ ਫੈਸਲੇ ਨਹੀਂ ਗਿਣਦਾ, ਸਿਰਫ ਹੁਕਮ ਨੇ। ਕੁਲਦੀਪ ਜੀ, ਸਮਾਂ ਸਾਡੇ ਕੋਲ ਹੁਣ ਬਹੁਤਾ ਨਹੀਂ ਹੈ, ਪਰ ਜਾਂਦੇ ਜਾਂਦੇ ਗੱਲ ਆਮ ਆਦਮੀ ਪਾਰਟੀ ਦੀ ਵੀ ਕਰਦੇ ਹਾਂ। ਸਰਕਾਰ ਨੇ ਕੁਝ ਦਿਨ ਪਹਿਲਾਂ ਜੁਗਾੜੂ ਰੇਹੜੀਆਂ ਬੰਦ ਕਰਨ ਦਾ ਫਰਮਾਨ ਸੁਣਾਇਆ, ਜਦੋਂ ਵਿਰੋਧ ਹੋਇਆ ਤੇ ਫਿਰ ਦੁਬਾਰਾ ਸ਼ੁਰੂ ਕਰਤੀਆਂ। ਕੁਝ ਲੋਕਾਂ ਨੇ ਉਦੋਂ ਕਿਹਾ ਕਿ ਇਹ ਰੇਹੜੀਆਂ ਬੰਦ ਹੀ ਰਹਿਣੀਆਂ ਚਾਹੀਦੀਆਂ ਸੀ, ਕੁਝ ਲੋਕ ਕਹਿੰਦੇ ਗਰੀਬ ਮਾਰ ਹੋ ਜੂਗੀ। ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਕੀ ਜੁਗਾੜੂ ਰੇਹੜੀਆਂ ਜਿਹੜੀਆਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਕਿ ਨਹੀਂ? ਦੇਖੋ, ਜਿਸ ਚੀਜ਼ ਦਾ ਅਜੇ ਤੱਕ ਨਾਂ ਹੀ ਕੋਈ ਨਹੀਂ ਬਣਿਆ, ਉਹ ਜੁਗਾੜ ਲਾ ਕੇ ਬਣੀ ਹੋਈ ਰੇਹੜੀ ਆ ਮੋਟਰਸਾਈਕਲ ਦੇ ਮਗਰ। ਇੱਕ ਹਾਦਸਾ ਹੋਇਆ ਦੱਸਿਆ ਜਾਂਦਾ ਮਾਝੇ ਦੇ ਖੇਤਰ ਦੇ ਵਿੱਚ ਕਿ 2 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜੁਗਾੜੂ ਰੇਹੜੀ ਜਿਹੜੀ ਆ ਦਰਖਤ ਵਿੱਚ ਜਾ ਕੇ ਵੱਜੀ ਹੈ। ਚਲੋ, ਹਾਦਸੇ ਹਰ ਗੱਡੀ ਨਾਲ ਹੁੰਦੇ ਨੇ, ਪਰ ਜਿਹੜੀ ਚੀਜ਼ ਹੈ ਹੀ ਅਨਸੇਫ, ਭਾਰਤੀ ਵਹੀਕਲ ਐਕਟ ਦੇ ਤਹਿਤ ਉਹ ਆਉਂਦੀ ਹੀ ਨਹੀਂ, ਤੇ ਉਸ ਦੀ ਕੋਈ ਇੰਸ਼ੋਰੈਂਸ ਨਹੀਂ ਹੈ, ਕੋਈ ਗੱਲ ਨਹੀਂ ਹੈ, ਕੋਈ ਉਸਦਾ ਨਕਸ਼ਾ ਨਹੀਂ ਹੈ, ਕੋਈ ਸੇਫਟੀ ਦੇ ਨਿਯਮ ਨਹੀਂ ਉਸਨੇ ਪਾਸ ਕੀਤੇ ਹੋਏ, ਤੇ ਸਰਕਾਰ ਵੱਲੋਂ ਜਾਂ ਟਰਾਂਸਪੋਰਟ ਵਿਭਾਗ ਵੱਲੋਂ ਜਾਂ ਕਿਸੇ ਅਫਸਰ ਵੱਲੋਂ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਉਹਨੂੰ ਤੁਰੰਤ ਤੌਰ ਤੇ ਬੰਦ ਕਰ ਦਿੱਤਾ ਜਾਵੇ ਜੀ। ਤੇ ਸਰਕਾਰ ਨੂੰ ਤੇ ਸੁੱਝੇ ਕੁਛ ਨਾ, ਫਿਰ ਲੋਕੀ ਸਾਰੇ ਵਿਰੁੱਧ ਹੋ ਗਏ ਕਿ ਲਓ ਜੀ ਗਰੀਬਾਂ ਤੇ ਕਾਰਵਾਈ ਹੋ ਗਈ ਹੈ। ਹੁਣ ਸਰਕਾਰ ਦੀ ਸਥਿਤੀ ਇੱਥੇ ਉਹ ਜਿਹੜੀ ਆ ਉਹ ਅਸਪਸ਼ਟ ਹੋ ਗਈ। ਸਰਕਾਰ ਜੇ ਤਾਂ ਇਹ ਠੋਕ ਕੇ ਕਹਿ ਦਿੰਦੀ ਹੈ ਕਿ ਦੇਖੋ ਜੀ ਇਹਨਾਂ ਨੂੰ ਅਜੇ ਲਾਗੂ ਕਰ ਦਿਓ, ਇਹਨਾਂ ਨੂੰ ਚੱਲਣ ਦਿਓ, ਫਿਰ ਤੇ ਉਹਨਾਂ ਨੂੰ ਮਾਨਤਾ ਮਿਲ ਗਈ। ਹੁਣ ਔਖਾ ਕੌਣ ਹੈ? ਜਿਹੜੀ ਇੱਕ ਛੋਟੇ ਭਾਰ ਢੋਣ ਵਾਲੇ ਵਹੀਕਲ ਵਾਲੇ ਜਿਹੜੇ ਜਿਨ੍ਹਾਂ ਵਿਚਾਰਿਆਂ ਨੇ ਕਰਜ਼ਾ ਚੁੱਕ ਕੇ ਗੱਡੀਆਂ ਪਾਈਆਂ ਹੋਈਆਂ ਨੇ, ਟੈਕਸ ਦਿੰਦੇ ਨੇ, ਇੰਸ਼ੋਰੈਂਸ ਕਰਵਾਉਂਦੇ ਨੇ, ਉਹਨਾਂ ਦੇ ਹੋਰ ਵੀ ਬੜੇ ਖਰਚੇ ਨੇ, ਉਹ ਕਾਨੂੰਨ ਦੇ ਵਿੱਚ ਰਹਿ ਕੇ ਚੱਲਣ ਵਾਲੇ ਲੋਕ ਜਿਹੜੇ ਨੇ ਥਾਂ ਮੁਜ਼ਾਹਰੇ ਪੰਜਾਬ 'ਚ ਕਰ ਰਹੇ ਨੇ ਕਿ ਜੁਗਾੜੂ ਰੇਹੜੀਆਂ ਬੰਦ ਕਰੋ ਭਾਈ, ਸਾਡਾ ਰੁਜ਼ਗਾਰ ਅਸੀਂ ਟੈਕਸ ਦੇਣ ਵਾਲੇ, ਤੇ ਇਹ ਟੈਕਸ ਚੋਰੀ ਕਰਕੇ ਬਾਈਪਾਸ ਤਰੀਕਿਆਂ ਨਾਲ ਜੁਗਾੜੂ ਰੇਹੜੀਆਂ ਚਲਾਉਣ ਵਾਲੇ ਸੁਰੱਖਿਆ ਨੂੰ ਵੀ ਖਤਰੇ 'ਚ ਪਾ ਰਹੇ ਨੇ, ਤੇ ਨਾਲ ਸਰਕਾਰ ਨੂੰ ਚੂਨਾ ਵੀ ਲੱਗ ਰਿਹਾ ਤੇ ਸਾਡਾ ਵੀ ਨੁਕਸਾਨ ਹੋ ਰਿਹਾ। ਅਸਲ ਗੱਲ ਇਹ ਹੈ, ਸਰਕਾਰ ਨੂੰ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ। ਇਹਨਾਂ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਸਮਝਾ ਕੇ ਜੁਗਾੜੂ ਰੇਹੜੀਆਂ ਬੰਦ ਕਰਨੀਆਂ ਹੀ ਪੈਣੀਆਂ ਨੇ। ਇਹ ਕੰਮ ਚੱਲਣ ਵਾਲਾ ਨਹੀਂ ਹੈ। ਹੋਰ 100 ਇੰਤਜ਼ਾਮ ਹੋ ਜਾਂਦੇ ਨੇ, ਪਰ ਸਰਕਾਰ ਅਜੇ ਜੇ ਇਹਨਾਂ ਤੇ ਕਾਰਵਾਈ ਕਰ ਦਿੰਦੀ ਹੈ ਤੇ ਫਿਰ ਸਵਾਲ ਉਹੀ ਖੜਾ ਹੋ ਜਾਊਗਾ ਕਿ ਗਰੀਬਾਂ ਤੇ ਕਾਰਵਾਈ ਕਰਤੀ ਹੈ, ਤੇ ਅਜੇ ਤੱਕ ਜਿਹੜੇ ਵੱਡੇ ਸਿਆਸਤਦਾਨ ਨੇ ਜਾਂ ਜਿਨ੍ਹਾਂ ਦੇ ਵੱਡੇ ਟਿੱਪਰ ਚੱਲਦੇ ਨੇ ਜਾਂ ਵੱਡੀਆਂ ਟਰਾਂਸਪੋਰਟਾਂ ਚੱਲਦੀਆਂ, ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਜੀ। ਪ੍ਰੋਗਰਾਮ ਨੂੰ ਹੁਣ ਇੱਥੇ ਇਕੱਠਾ ਕਰ ਲਈਏ, ਦਰਸ਼ਕਾਂ ਤੋਂ ਲੈ ਲਈਏ ਵਿਦਾ। ਕੁਲਦੀਪ ਜੀ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਟੂਡੀਓ 'ਚ ਆਏ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਕੱਲ੍ਹ ਨੂੰ ਨਵੇਂ ਮੁੱਦਿਆਂ ਦੇ ਨਾਲ ਫਿਰ ਹਾਜ਼ਰੀ ਭਰਾਂਗੇ, ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।